ਧੰਨ ਵਾਹਿਗੁਰੂ ਜੀਓ। ਬਲਿਹਾਰੀ ਗੁਰ ਆਪਣੇ ਦਿਉਹਾੜੀ ਸਦਵਾਰ। ਜਿਨੋ ਮਾਨਸ ਤੇ ਦੇਵਤੇ ਕੀਏ, ਕਰਤ ਨਾ ਲਾਗੀ ਵਾਰ। ਜੋ ਹਮਰੀ ਬਿਧ ਹੋਤੀ ਮੇਰੇ ਸਤਿਗੁਰਾ, ਸਾ ਬਿਧ ਤੁਮ ਹਰ ਜਾਣੋ ਆਪੇ। ਹਮ ਰੁਲਤੇ ਫਿਰਤੇ ਕੋਈ ਬਾਤ ਨਾ ਪੁੱਛਤਾ। ਗੁਰ ਸਤਿਗੁਰ ਸੰਗ ਕੀਰੇ ਹਮ ਥਾਪੇ। ਧੰਨ ਧੰਨ ਗੁਰੂ ਨਾਨਕ ਜਨ ਕੇਰਾ, ਜਿਤ ਮਿਲੈ ਚੁਕੇ ਸਭ ਸੋਗ ਸੰਤਾਪੇ। ਧੰਨ ਧੰਨ ਗੁਰੂ ਨਾਨਕ ਜਨ ਕੇਰਾ, ਜਿਤ ਮਿਲੈ ਚੁਕੇ ਸਭ ਸੋਗ ਸੰਤਾਪੇ। ਪਰਮ ਸਨਮਾਨਯੋਗ ਗਰੀਬ ਨਵਾਜ ਸ਼ਬਦ ਸਰੂਪ ਸਤਿਗੁਰੂ, ਧੰਨ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਸਜੇ ਹੋਏ ਪਾਵਨ ਦਰਬਾਰ ਦੀਆਂ ਹਾਜ਼ਰੀਆਂ ਭਰ ਰਹੀ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀਓ, ਵੱਡੇ ਭਾਗ ਹਨ ਅਕਾਲ ਪੁਰਖ ਵਾਹਿਗੁਰੂ ਜੀ ਨੇ ਬਖਸ਼ਿਸ਼ ਕੀਤੀ ਹੈ। ਸਤਿਗੁਰਾਂ ਦੇ ਮੁਕੱਦਸ ਦਰਬਾਰ ਵਿੱਚ ਸੱਜ ਕੇ ਬੜੀ ਇਕਾਗਰਤਾ ਪ੍ਰੇਮ ਸਹਿਤ ਆਪ ਜੀ ਨੇ ਗੁਰੂ ਸਵਾਰਿਆਂ ਪਾਸੋਂ ਭਾਈ ਸਾਹਿਬ ਭਾਈ ਮੁਖਤਿਆਰ ਸਿੰਘ ਜੀ, ਤਿਨਾਂ ਦੇ ਸਮੂਹ ਜਥੇ ਪਾਸੋਂ ਪਾਤਸ਼ਾਹ ਦੀ ਅੰਮ੍ਰਿਤਮਈ ਪਾਵਨ ਬਾਣੀ ਦੇ ਸ਼ਬਦ ਕੀਰਤਨ ਦਾ, ਸਤਿਗੁਰਾਂ ਦੇ ਉਪਦੇਸ਼ ਦਾ ਲਾਹਾ ਪ੍ਰਾਪਤ ਕੀਤਾ ਹੈ। ਸੋ ਆਓ ਨਿਯਤ ਸਮੇਂ ਮੁਤਾਬਕ ਸਤਿਗੁਰੂ ਦੀ ਪਾਵਨ ਬਾਣੀ, ਗੁਰੂ ਮਹਾਰਾਜ ਦੇ ਪਰਉਪਕਾਰਾਂ ਨੂੰ ਚੇਤੇ ਕਰਦਿਆਂ ਹੋਇਆਂ ਗੁਰਮਤਿ ਵਿਚਾਰਾਂ ਦੇ ਨਾਲ ਸਾਂਝ ਬਣਾਉਣ ਦਾ ਯਤਨ ਕਰੀਏ। ਸਭ ਤੋਂ ਪਹਿਲਾਂ ਸਤਿਗੁਰਾਂ ਦੀ ਬਖਸ਼ੀ ਮੁਬਾਰਕ ਫਤਿਹ ਸਾਰੀ ਹੀ ਸੰਗਤ ਇਕਾਗਰ ਚਿਤ ਹੋ ਕੇ ਬੁਲੰਦ ਆਵਾਜ਼ ਵਿੱਚ ਸਾਂਝੀ ਕਰੀਏ। ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਨੇ ਜੋ ਖਾਲਸਾ ਜੀ ਨੂੰ ਪ੍ਰਗਟ ਕਰਕੇ ਮਹਾਨ ਪਰਉਪਕਾਰ ਔਰ ਇੱਕ ਅਦੁੱਤੀ ਮਿਸਾਲ ਦੁਨੀਆ ਦੇ ਇਤਿਹਾਸ ਵਿੱਚ ਕਾਇਮ ਕੀਤੀ ਹੈ, ਅੱਜ ਦੇ ਵਿਸ਼ੇਸ਼ ਦੀਵਾਨ ਖਾਲਸਾ ਜੀ ਦੇ ਸਾਜਣਾ ਦਿਵਸ ਦੇ ਸੰਬੰਧ ਵਿੱਚ ਹਨ। ਵੈਸੇ ਮੂਲ ਨਾਨਕਸ਼ਾਹੀ ਕੈਲੰਡਰ ਦੇ ਮੁਤਾਬਕ ਅੱਜ ਦੂਸਰੀ ਪਾਤਸ਼ਾਹੀ ਅਤੇ 9ਵੀਂ ਪਾਤਸ਼ਾਹੀ ਮਹਾਰਾਜ ਦਾ ਪ੍ਰਕਾਸ਼ ਪੁਰਬ ਵੀ ਹੈ, ਜਿਸ ਦੇ ਸੰਬੰਧ ਵਿੱਚ ਸਤਿਗੁਰਾਂ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਦੀਵਾਨ ਅਗਲੇ ਹਫ਼ਤੇ ਐਤਵਾਰ ਦੇ ਹੋਣਗੇ। ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੇ ਖਾਲਸਾ ਪ੍ਰਗਟ ਕੀਤਾ ਕੇਸਗੜ੍ਹ ਦੇ ਅਸਥਾਨ ਦੇ ਉੱਤੇ, ਅਨੰਦਪੁਰ ਸਾਹਿਬ ਦੀ ਧਰਤੀ ਉੱਤੇ 1699 ਦੀ ਵਿਸਾਖੀ ਨੂੰ। ਇਹ ਇੱਕ ਐਸੀ ਘਟਨਾ ਹੈ ਜਿਸ ਨੇ ਪਹਿਲੇ ਗੁਰੂ ਸਾਹਿਬਾਨ ਦੀ ਮੁਸ਼ੱਕਤ,
ਘਾਲਣਾ, ਮਿਹਨਤ, ਸੰਘਰਸ਼ ਨੂੰ ਸਿੱਕੇ ਬੰਦ ਕਰਕੇ ਮੁਕੰਮਲ ਰੂਪ ਦਿੱਤਾ। ਔਰ ਸਾਹਿਬ ਕਮਾਲ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੇ ਜੋ ਖਾਲਸਾ ਸਾਜਿਆ, ਇਸ ਨੇ ਇਤਿਹਾਸ ਦੇ ਵਿੱਚ ਬੜੀਆਂ ਨਵੇਕਲੀਆਂ ਪੈੜਾਂ ਪਾਈਆਂ। ਵੈਸੇ ਤਾਂ ਬਹੁਤ ਪੱਖ ਹਨ, ਜੇ ਅਸੀਂ ਖਾਲਸਾ ਜੀ ਦੇ ਸੰਕਲਪ ਦੇ ਸੰਬੰਧ ਵਿੱਚ ਵਿਚਾਰ ਕਰਨ ਲੱਗੀਏ ਤੇ ਕਈ ਪਹਿਲੂ ਹਨ ਜਿਹੜੇ ਸਾਡੇ ਵਿਚਾਰਨ ਗੋਚਰੇ ਹਨ, ਪਰ ਮੈਂ ਆਪਣੀ ਤਵੱਜੋ ਔਰ ਆਪ ਜੀ ਦਾ ਧਿਆਨ ਕੇਵਲ ਇੱਕ ਪਹਿਲੂ ਵੱਲ ਹੀ ਦਿਵਾਉਣ ਦਾ ਯਤਨ ਕਰਨਾ ਹੈ ਕਿ ਸਤਿਗੁਰੂ ਜੀ ਨੇ ਖਾਲਸਾ ਪ੍ਰਗਟ ਕੀਤਾ ਹੈ ਜ਼ੁਲਮ ਦੇ ਵਿਰੋਧ ਵਿੱਚ, ਅਤਿਆਚਾਰ ਦੇ ਵਿਰੋਧ ਵਿੱਚ। ਅਸੀਂ ਆਮ ਇਤਿਹਾਸ ਵਿੱਚ ਇਹ ਪੜ੍ਹਦੇ ਵੀ ਹਾਂ, ਸੁਣਦੇ ਸੁਣਾਉਂਦੇ ਵੀ ਹਾਂ ਕਿ ਖਾਲਸਾ ਮਜ਼ਲੂਮਾਂ ਦੀ ਰਾਖੀ ਵਾਸਤੇ ਹੈ ਤੇ ਜ਼ਾਲਮ ਦੀ ਭਖਿਆ ਵਾਸਤੇ ਹੈ, ਯਾਨੀ ਕਿ ਜ਼ੁਲਮ ਦੇ ਵਿਰੋਧ ਵਿੱਚ ਹੈ। ਪਰ ਅਸੀਂ ਇਹ ਵੀ ਸਮਝਣਾ ਹੈ ਕਿ ਜ਼ੁਲਮ ਦੀ ਬਿਰਤੀ ਪੈਦਾ ਕਿੱਥੋਂ ਹੁੰਦੀ ਹੈ। ਕੋਈ ਮਨੁੱਖ ਦੂਸਰੇ ਮਨੁੱਖ ਦਾ ਲਹੂ ਡੋਲਦਾ ਹੈ, ਕੋਈ ਮਨੁੱਖ ਕਿਸੇ ਦੀ ਹੋਂਦ ਨੂੰ ਖਤਮ ਕਰਨਾ ਚਾਹੁੰਦਾ ਹੈ, ਕੋਈ ਮਨੁੱਖ ਦੂਸਰੇ ਦੇ ਹੱਕ ਖੋਹ ਲੈਂਦਾ ਹੈ, ਅਧਿਕਾਰ ਖੋਹ ਲੈਂਦਾ ਹੈ, ਕੋਈ ਮਨੁੱਖ ਕਿਸੇ ਦੀ ਬੋਲੀ ਦਾ ਵੈਰੀ ਹੈ, ਕੋਈ ਕਿਸੇ ਦੇ ਪਹਿਰਾਵੇ ਦਾ ਵੈਰੀ ਹੈ, ਕੋਈ ਕਿਸੇ ਦੇ ਸੱਭਿਆਚਾਰ ਕਲਚਰ ਦਾ ਵੈਰੀ ਹੈ, ਕੋਈ ਕਿਸੇ ਦੀ ਧਰਤੀ ਤੇ ਉਹਦਾ ਆਜ਼ਾਦੀ ਦਾ ਨਿੱਘ ਖੋਹਣਾ ਚਾਹੁੰਦਾ ਹੈ, ਦੂਸਰੇ ਨੂੰ ਆਪਣੇ ਬਰਾਬਰ ਨਹੀਂ ਆਉਣ ਦੇਣਾ ਚਾਹੁੰਦਾ, ਕੋਈ ਕਿਸੇ ਨੂੰ ਮਜ਼ਹਬੀ ਤੌਰ 'ਤੇ ਨਫ਼ਰਤ ਕਰਦਾ ਹੈ, ਤੇ ਕੋਈ ਜਾਤ ਪਾਤ ਦੇ ਬੰਧਨਾਂ ਵਿੱਚ ਬੱਝਾ ਹੋਇਆ ਦੂਸਰੇ ਨੂੰ ਨੀਵਾਂ ਵਿਖਾਉਂਦਾ ਹੈ। ਇਹ ਸਾਰੇ ਜ਼ੁਲਮ ਦੇ ਰੂਪ ਨੇ, ਇਹ ਸਾਰਾ ਕੁਝ ਜ਼ੁਲਮ ਦੇ ਦਾਇਰੇ ਵਿੱਚ ਹੀ ਆ ਜਾਂਦਾ। ਹੋਰ ਵੀ ਬਹੁਤ ਕੁਝ ਹੈ, ਕਿਸੇ ਦਾ ਹੱਕ ਮਾਰਨਾ ਵੀ ਇੱਕ ਜ਼ੁਲਮ ਹੈ। ਪਰ ਇਹ ਬਿਰਤੀ ਪੈਦਾ ਕਿੱਥੋਂ ਹੁੰਦੀ ਹੈ? ਤੇ ਸਤਿਗੁਰੂ ਮਹਾਰਾਜ ਨੇ ਇਸ ਬਿਰਤੀ ਨੂੰ ਜੜੋਂ ਮੁਕਾਉਣ ਵਾਸਤੇ ਕਿਹੋ ਜੀ ਸਾਨੂੰ ਪ੍ਰੈਕਟਿਸ ਤੇ ਕਿਹੋ ਜਿਹਾ ਅਭਿਆਸ ਜਿਹੜਾ ਬਾਣੀ ਤੇ ਸਤ ਸੰਗਤ ਦੇ ਰਾਹੀਂ ਦਿੱਤਾ ਹੈ, ਇਸ ਪਹਿਲੂ ਨੂੰ ਆਪਾਂ ਥੋੜ੍ਹਾ ਜਿਹਾ ਸਮਝਣਾ। ਜ਼ੁਲਮ ਦੀ ਬਿਰਤੀ ਦਾ ਆਗਾਜ਼ ਮਨੁੱਖ ਦੇ ਜੀਵਨ ਵਿੱਚ ਉਦੋਂ ਹੁੰਦਾ ਹੈ, ਜ਼ੁਲਮ ਦੀ ਬਿਰਤੀ ਉਤਪੰਨ ਤੇ ਪੈਦਾ ਉਦੋਂ ਹੁੰਦੀ ਹੈ ਜਦੋਂ ਮਨੁੱਖ ਸਵਾਰਥ ਅਤੇ ਹਉਮੈ ਇਹਨਾਂ ਦੋ ਵੱਡੇ ਵਿਕਾਰਾਂ ਦਾ ਸ਼ਿਕਾਰ ਹੁੰਦਾ ਹੈ। ਸਵਾਰਥ ਇਹ ਹੈ ਵੀ ਸਾਰਾ ਕੁਝ ਮੇਰਾ ਹੋਵੇ, ਪ੍ਰਭਾਵ ਮੇਰਾ ਹੋਵੇ। ਇੱਕ ਉਦਾਹਰਣ ਦਿੰਦਾ, ਅਸੀਂ ਜਦੋਂ 9ਵੇਂ ਪਾਤਸ਼ਾਹ ਦਾ 10ਵੇਂ ਪਾਤਸ਼ਾਹ ਜੀ ਦਾ ਜੀਵਨ ਪੜ੍ਹਦੇ ਹਾਂ ਤੇ ਖਾਸ ਇੱਕ ਸਮੇਂ ਦੇ ਸਮਕਾਲੀ ਬਾਦਸ਼ਾਹ ਔਰੰਗਜ਼ੇਬ ਦਾ ਜ਼ਿਕਰ ਸਾਹਮਣੇ ਆਉਂਦਾ, ਕਿਉਂਕਿ ਸਮਕਾਲੀ ਹੈ, ਉਹਦੀ ਹਕੂਮਤ ਸੀ ਭਾਰਤ ਉੱਤੇ। ਔਰ ਔਰੰਗਜ਼ੇਬ ਦੀ ਸੋਚ ਆਪਣੇ ਆਪ ਨਹੀਂ ਘੜੀ ਗਈ, ਉਹਦੇ ਪਿੱਛੇ ਇੱਕ ਲੌਬੀ ਖੜੀ ਹੈ। ਜਦੋਂ ਅਸੀਂ ਇਤਿਹਾਸ ਨੂੰ ਪੜ੍ਹੀਏ ਨਾ, ਵੈਸੇ ਹੈ ਥੋੜ੍ਹਾ ਗਹਿਨ ਵਿਸ਼ਾ, ਕਿਉਂਕਿ ਕਈ ਵਾਰ ਹੁੰਦਾ ਹੈ ਕਿ ਕਿਸੇ ਚੀਜ਼ ਨੂੰ ਆਪਾਂ ਕੇਵਲ ਸਤਹੀ ਤੌਰ ਦੇ ਉੱਤੇ ਵੇਖਦੇ ਹਾਂ ਵੀ ਫਲਾਣੇ ਨੇ ਜ਼ੁਲਮ ਕੀਤਾ ਤੇ ਜ਼ੁਲਮ ਦਾ ਜਵਾਬ ਦਿੱਤਾ ਗਿਆ, ਗੱਲ ਖਤਮ ਹੋ ਗਈ। ਪਰ ਸਵਾਲ ਇਹ ਉਪਜਦਾ ਵੀ ਇੱਕ ਬਾਦਸ਼ਾਹ, ਕਿ ਉਹਨੂੰ ਆਪਣੀ ਹਕੂਮਤ ਪਿਆਰੀ ਨਹੀਂ? ਉਹ ਆਪਣੇ ਰਾਜ ਦੇ ਵਿੱਚ ਸਾਰੀ ਉਮਰ ਜੰਗਾਂ ਲੜਦਿਆਂ ਬਿਤਾ ਦਿੰਦਾ, ਸਾਰੀ ਉਮਰ ਬਗਾਵਤਾਂ ਦੱਬਦਿਆਂ ਉਹਦੀ ਉਮਰ ਗੁਜ਼ਰ ਜਾਂਦੀ, ਰਾਜ ਭਾਗ ਦਾ ਸਮਾਂ ਗੁਜ਼ਰ ਜਾਂਦਾ, ਇੰਨੀ ਡਿਸਟਰਬੈਂਸ ਉਹਨੇ ਸਹਿਣ ਕੀਤੀ ਹੈ। ਕੋਈ ਤਾਂ ਉਹਦੀ ਨੀਤੀ ਹੋਏਗੀ ਨਾ, ਕੋਈ ਤਾਂ ਪ੍ਰਾਪੋਗੰਡਾ ਹੈ ਪਿੱਛੇ, ਜਿਸ ਵਜ੍ਹਾ ਕਰਕੇ ਉਹ ਅਚਾਨਕ ਇਹਨੇ ਜ਼ੁਲਮੋ ਸਿਤਮ ਕਰਦਾ ਹੈ। ਤੁਸੀਂ ਹੈਰਾਨ ਹੋਵੋਗੇ, ਮੁਸਲਮਾਨ ਸੂਫੀ ਫਕੀਰਾਂ ਦੇ ਉੱਤੇ ਵੀ ਉਹਨੇ ਤਲਵਾਰ ਚਲਾਈ। ਉਹਨੇ ਆਪਣੇ ਹਰ ਵਿਰੋਧੀ ਖਿਆਲ ਰੱਖਣ ਵਾਲੇ ਨੂੰ, ਭਾਵੇਂ ਉਹਦੇ ਮਜ਼ਹਬ ਦਾ ਸੀ ਭਾਵੇਂ ਗੈਰ ਮਜ਼ਹਬ ਦਾ ਸੀ, ਉਸਨੇ ਤਲਵਾਰ ਦੀ ਧਾਰ ਹੇਠੋਂ ਲੰਘਾਉਣ ਤੋਂ ਗੁਰੇਜ਼ ਨਹੀਂ ਕੀਤਾ, ਹਿਚਕਿਚਾਇਆ ਨਹੀਂ ਬੰਦਾ। ਕੋਈ ਬੰਦਾ ਇੰਨਾ ਪੱਥਰ ਦਿਲ ਕਿਵੇਂ ਹੋ ਸਕਦਾ ਇਹ ਆਪਣੇ ਪਿਓ ਨੂੰ ਵੀ ਕੈਦ 'ਚ ਸੁੱਟ ਦੇਵੇ? ਔਰ ਇੱਕ ਵਿਚਾਰਵਾਨ ਨੇ ਲਿਖਿਆ ਹੈ, ਆਗਰੇ ਦੇ ਵਿੱਚ ਇੱਕ ਰੈੱਡ ਫੋਰਟ, ਲਾਲ ਕਿਲ੍ਹਾ ਦਿੱਲੀ 'ਚ ਹੈ, ਇੱਕ ਆਗਰੇ ਦੇ ਵਿੱਚ ਹੈ। ਉਸ ਕਿਲ੍ਹੇ ਦੀ ਉਚਾਈ ਤੋਂ ਤਾਜ ਮਹਲ ਦਿਸਦਾ ਹੈ। ਉਸ ਕਿਲ੍ਹੇ ਦੇ ਵਿੱਚ ਆਪਣੇ ਬਾਪ ਨੂੰ, ਸ਼ਾਹਜਹਾਨ ਨੂੰ ਕੈਦ ਕੀਤਾ ਔਰੰਗਜ਼ੇਬ ਨੇ। ਇੱਕ ਦਿਨ ਉਸਨੇ ਚਿੱਠੀ ਲਿਖੀ ਕੈਦ ਦੇ ਵਿੱਚੋਂ ਆਪਣੇ ਪੁੱਤਰ ਔਰੰਗਜ਼ੇਬ ਨੂੰ, ਜੋ ਆਲਮਗੀਰ ਦਾ ਖਿਤਾਬ ਧਾਰਨ ਕਰਕੇ ਦਿੱਲੀ ਦੇ ਤਖਤ ਉੱਤੇ ਬੈਠਾ ਹੋਇਆ ਹੈ। ਉਸ ਨੂੰ ਉਹਨੇ ਚਿੱਠੀ ਲਿਖੀ, ਕਹਿਣ ਲੱਗਿਆ, ਅਸੀਂ ਮੁਸਲਮਾਨ ਇਹ ਅੱਲਾ ਵਿੱਚ ਯਕੀਨ ਕਰਦੇ ਹਾਂ ਅਤੇ ਬੁੱਤ ਪ੍ਰਸਤਾਂ ਨੂੰ ਹਕਾਰਤ ਭਾਵ ਨਫ਼ਰਤ ਦੀ ਨਿਗਾਹ ਨਾਲ ਵੇਖਦੇ ਹਾਂ। ਸਾਡੇ ਮਜ਼ਹਬ ਵਿੱਚ ਬੁੱਤ ਪ੍ਰਸਤੀ ਦੀ ਕੋਈ ਥਾਂ ਨਹੀਂ ਅਤੇ ਬੁੱਤ ਪ੍ਰਸਤ ਨੂੰ ਅਸੀਂ ਕਾਫਰ ਕਹਿੰਦੇ ਹਾਂ। ਕਹਿਣ ਲੱਗਿਆ, ਮੈਂ ਸਮਝਦਾ ਵੀ ਇਹ ਗੱਲ ਇੱਕ ਵਹਿਮ ਹੈ, ਇੱਕ ਭਰਮ ਹੈ,
पर जिस वेले मैं उन्हां काफरां नूं वेखदा तो मैनूं तेरे नालों चंगे लगदे ने, तेरे वर्गी औलाद नालों मैनूं काफर चंगे है भरम ही भावें, पर कहंदे मरे होए पितरां नूं भी वो सूरज वल मूँह करके पानी सुੱਟਦੇ ने। तू किहो जी औलाद है? अपने बाप नूं तू कैद विच ते सुੱਟਿਆ ही सुੱਟਿਆ। अपने बाप दे तू जिंदगी दे आज़ादी दे हक तां खो ही लए ने। मैं भारत दा बादशाह रहा, कोई सधारण बंदा भी नहीं, पर घट्टो घट्ट तेरे कोलों एक पुत्तर होने के नाते, एक राजनीतिक होने के नाते तो मैं उम्मीद कर सकदा भी मैनूं कैद विच रखना तेरी राजनीतिक पदवी वास्ते जरूरी है, क्योंकि मैं भी इहो कुछ कीता है। पर मैं समझ सकदा भी एक पुत्तर वास्ते, एक पुत्तर होने के नाते मैनूं इन्नी तो उम्मीद तेरे तो रखनी चाहिए है भी तू कदे आके मैनूं पानी की घुट पुछे, तो तू कदे इन्ना भी नहीं कीता। तेरे नालों तो काफर 100 दर्जे चंगा है जिहड़ा मरे हुए पितरां बजुर्गां नमित भी सूरज वल मूँह करके पानी सुੱਟਦਾ है भावें भरम, पर घट्टो घट्ट मैनूं तेरे नालों ज़्यादा चंगा लगदा। चिट्ठी औरंगज़ेब ने पढ़ी तो पाउंदी चिट्ठी उतरदे विच उसने अपने नफर दे हत्थ भेजी। चिट्ठी दे बोल सन, अब्बा जान तुसी भारत दे हिंद दे बादशाह रहे हो तो बड़े नीतिवान हो, तुहानूं पता ही है बादशाहां दे कोल समय की बड़ी घाट हुंदी है, जिम्मेवारियां बहुत आयद ने, काम बहुत ने। ते दूजी गल, तुसी इन्ने सियाणे हो, इन्ने दाने हो, इन्ने इलम ज़ाफ्ता हो, तो जिन्ना समा तुसी ये चिट्ठी लिखण ते अपना खराब कीता है ते चिट्ठी भेज के मेरा समा खराब कीता है, तो ये जिहड़ी स्याही है घट्टो घट्ट इहदे च थोड़ा बहुत कुछ बूंदां ते पानी दियां तुसी ज़ाया कीती है। इन्हें ये पानी स्याही विच खराब करन दी बजाय बुल्लां ते ला के बुल गिले कर लैंदे, इन्नी लंबी चौड़ी चिट्ठी लिखण दी लोड़ नहीं सी। तुसी बंदे दी मानसिकता वेखो, कहंदा है भी मेरे कोलों पानी की उम्मीद छड्ड, ਜਿਹੜਾ पानी तू स्याही दे विच खराब कीता है बुल्लां ते ला लैनों बुल गिले हो जाते, इन्ने शिकवियां दी की लोड़ है? तैनूं पता नहीं बादशाह दे कोल समय की कितनी घाट हुंदी है। इहो जिहे फजूल कामां वास्ते मेरे कोल वक्त नहीं। जे मैं सचमुच तुहाडी खिदमत करनी हुंदी ते तुहानूं कैद विच नहीं सी सुੱਟਣਾ चाहुंदा। तुसीं जाणदे हो इहदे की कारण है। केवल इन्ना ही नहीं, ऐसे बहुत सारे घटनावां उहदे जीवन चों लईआं जा सकदियां ने जिथे उस नूं वेख के सुन के पढ़ के बंदा हैरान हो जाता है। कोई इन्ना संग दिल जज्बातां ते भावनावां तो सखना बिल्कुल पत्थर दिल भी हो सकता है। अपने रिश्तिਆਂ के प्रति भी इहो जिहा ते समाज के प्रति भी इहो जिहा। उन्हें राजनीति की है तलवार के दम उत्ते, जोर अजमाई के दम उत्ते, जुल्म के दम उत्ते। हुण जरा सोच के वेखना की रीज़न हो सकते हैं, की कारण हो सकते हैं। पहली चीज़ है मनुख के अंदर स्वार्थ, कंट्रोल करने की इच्छा, भी मेरा कंट्रोल रहे, मेरे को सब कुछ रहे, मैं हर एक चीज़ का मालक रवां। जिन्नी जिन्नी किसी की पावर होंदी है ना, ताकत होंदी है, वो उन्ना उन्ना ही कैच करने की कोशिश करता है। जो जो ताकत वधदी जाती है बंदा होर उच्चा उठता है, वो साधन वधदे जाते हैं, जिन्हें साधन वधदे जाते हैं उन्नी उहदी पावर वधदी जाती है। फिर उस पावर को बनाई रखने वास्ते जिथे जिथे उन्होंने खतरा नज़र आए ना भी इत्थों खतरा हो सकता है, वो उन्होंने पहलों ही मिटा देंदा। उन्होंने लगे भी आह बंदा मेरे बराबर खलोण दी, मेरी शरीकी करन दी जुरत कर सकता है, उसे नूं ही मार मुकाउणा। जिस तो भी खतरा पासिया वो खतरे नूं दबाउण वास्ते, फनाह करन वास्ते बंदा अपनी ताकत झोंक देंदा है। ते दूजा फैक्टर काम करता है अहंकार, ईगो का। मैं वड्डा हाँ, मेरे बराबर कौन हो सकता है, मैं उच्चा हाँ, मैं अमीर हाँ, मेरी जात उच्ची, मेरा मजहब उच्चा। औरंगजेब के जीवन तुसीं वेखो, वो कहंदा भी मेरी भाषा, मेरी बोली, मेरा मजहब, मेरे तौर तरीके, मेरी शरह, मेरे मुताबिक ही मेरे जो मेरा कल्चर है, वो मुताबिक लोग अल्लाह नूं याद करन, वो मुताबिक लोग खुदा परस्ती करन। मैं जे हज़रत मुहम्मद साहब ते यकीन रखदा तो बाकी क्यों ना रखन। मैं जे इस तरह नमाज़ां पढ़दा तो बाकी भारत वर्ष के लोग क्यों ना पढ़न। एक कीड़ा है दिमाग में भी सारे मेरे वर्गे होने, एक रंग में सारी आले दुआले नूं रंग देना है। सोच बहुत पिछे जड़ी लॉबी खड़ी है,
मैं सरदार कपूर सिंह जी का लेख पढ़ रहा सा, उन्होंने उहदे विच बड़ी निशानदेही की, बड़ी दूर तक गए हो। साची साखी विच ये लेख है। उन्होंने लिखा भी जिहड़ी लॉबी जिहड़ी है, जिन्हों नक्शबंदी फिरका कहा जाता है, गुरु अर्जन साहब नूं शहीद कराउण दे विच उन्हां दा योगदान रहा। उन्हां दी भी इहो ही सोच सी भी एक रंग विच ही सारे मुल्क नूं रंग दिता जाए। उसे फिरके ने गुरु तेग बहादुर साहब जी नूं शहीद करवाउण वास्ते औरंगजेब की पिठ ठोकी। छोटे वड्डे साहिबजादियां दीयां शहीदियां, दसम पातशाह महाराज दीयां जंगां, बहुत लंबे वेरवे दिंदा है। और उत्थे अखीर दे उत्ते जाके सरदार साहब ने यही नतीजा कढ़िया भी भारत पाकिस्तान की वंड विच भी दो लाबियां लगातार क्रियाशील रही। खैर मैं इस पासे नहीं जावांगा, पर औरंगजेब साडे सामने एक जुल्म का प्रतीक, बाबर एक जुल्म का प्रतीक है, जहांगीर एक जुल्म का प्रतीक है। पर कमाल की गल यह है कि सतगुरु गुरु अर्जन साहब ने कोई जमीन नहीं नपी, कोई बादशाही या कोई आम सधारण मनुख की। उन्होंने कोई इस तरह शरेआम फौज का गठन करके कोई जंग नहीं लड़ी। गुरु अर्जन साहब महाराज ने किसी दूसरी बोली के खिलाफ कोई शब्द नहीं कहा, किसी मजहब के खिलाफ कोई गल नहीं कही। गुरु अर्जन साहब महाराज ने किसी माड़े अनसर को पनाह नहीं दी गुरु दरबार विच। पर ये बावजूद भी गुरु अर्जन साहब महाराज तो हुकूमत को खतरे दरपेश सन। की कारण हो सकता है? उसका कारण है गुरु महाराज जो उपदेश, जो राह दे रहे हैं संसार को, वो दोवां चीज़ों के अगेंस्ट है। स्वार्थ तो ईगो दोवां के बरखिलाफ खलोंदा है। सतगुरु आखते ने जो इत्थे तुहानूं मिलिया उन्होंने गुरु के हुक्मां तहत घाल खाए किश हथों दे नानक राह पछाणे से। तुसी अपने हक जी हो, दूजे का हक तुसी मार नहीं सकते। जदों तुसी हक मारन वाले पासे तुरदे हो तुसी धर्मी नहीं। भावें तुसी ठप्पा किसी भी मजहब का लाई फिरदे होवो, हिंदू होण दा, मुसलमान होण दा, ईसाई होण दा, जैनी बोधी सिख होण दा, पर जदों तुसी दूसरे दे हक हकूक ते अधिकारां नूं मिट्टी विच रोलोगे तुसी धर्मी नहीं हो सकते। तो सतगुरु ने आख्या हौमे दा ते नावै नाल विरोध ही है। हौमे वो दीवार, वो कंध है जिहड़ी तुहाडे ते परमेश्वर दे दरम्यान है। इनू भी सतगुरु ने धर्म के बरखिलाफ मन्निया। ये दो विकारां नूं सतगुरु ने बहुत ज़्यादा बाणी दे विच इन्हां दी एक्सप्लेनेशन दी है। तो स्वार्थी बंदा चढ़ जाता है, हंकारी बंदा खिंच जाता है। सतगुरु गुरु अर्जन साहब महाराज की किन्ने जालमाना ढंग नाल तसीहे दे दे के शहादत की गई। ये सारा असी इतिहास के चैप्टर में पढ़ते हाँ। तो सतगुरु गुरु नानक महाराज ने राह सिखाउण वास्ते ना, ये रस्ता, इस रस्ते ते दुनिया नूं तोड़न वास्ते बाणी ते बाणी नूं प्रचारण लई ते बाणी दे अभ्यास लई सत संगत चेते विच रखना। हर चीज़ दूजी चीज़ नाल जुड़ी हुंदी। मैं एक विचारवान दे कथन पढ़ रहा सा, उन्हें लिखिया है, कहंदा निराकार चीज़ नूं, निरा आकार चीज़ नूं गुरु साहिबाना ने आकार दे दिता। जिहड़ी फिलोसफी हुंदी है निराकार हुंदी है, पर फिलोसफी नूं इंप्लीमेंट करना उन्होंने आकार देना हुंदा। जिहड़ा विचार है, विचार निराकार हुंदा, विचार का कोई रूप रंग नहीं हुंदा, कोई जात मजहब नहीं हुंदी। पर उस विचार नूं इंप्लीमेंट करने वास्ते उन्होंने आकार का रूप दे देना, जिउंदियां जागदियां धरती के उत्ते तुरदा फिरदा विखा देना। बड़ी वड्डी ताकत, बड़ी वड्डी सोझी ते बड़ी वड्डी अकलमंदी की इहदे लई जरूरत पैंदी है। एक निराकार ख्याल है, केवल हवा च है, केवल सुरत विच है। उन्होंने तुसी जमीन ते उस विचार का प्रभाव विखाउणा चाहो तो तुहानूं उहदे लई उन्होंने इंप्लीमेंट करना, उन्होंने अभ्यास विच लियाउणा पए। सतगुरु महाराज ने सबर नूं अभ्यास विच लिआंदा, संतोख नूं अभ्यास विच लिआंदा, सहनशीलता नूं अभ्यास विच लिआंदा, दया नूं अभ्यास विच लिआंदा, और उहदा सारा अभ्यास करके विखाया भी ये गुण इवें इंप्लीमेंट हो सकदा। धर्म कोई पूजण की शै नहीं कि महज किसी खास दिशा सिर झुका लिया, किसी खास थां नूं सिजदे कर ले, केवल 4 रस्मां निभा लेते धर्मी हो गए। नहीं, हजूर ने आख्या धर्म नूं मैं साखिया ते जिउंदा तुरिया फिरदा विखावांगा। तुसी किसी बंदे वाल वेख के कह सकते हो आ धर्म हुंदा, तुसी किसी इंसान के जीवन वाल झात मार के कह सकते हो आ धर्म हुंदा। मैं धर्म वेख्या, मैं धर्म जिउंदा जागदा साह लैंदा एक्टिवेट होया वेख्या।
मैं धर्म ਨੂੰ ਕਿਸੇ ਚਾਰ ਦੀਵਾਰੀ 'ਚ ਕੈਦ ਨਹੀਂ ਵੇਖਿਆ, मैं धर्म ਨੂੰ ਇੰਪਲੀਮੈਂਟ ਹੁੰਦਾ, ਬੰਦੇ ਦੀ ਲਾਈਫ ਵਿੱਚ ਰੂਪਮਾਨ ਹੁੰਦਾ ਵੇਖਿਆ, ਤੇ ਸਤਿਗੁਰੂ ਨੇ ਖੁਦ ਜੀਵਨ 'ਚ ਕਰਕੇ ਵੇਖਿਆ। ਮੈਂ ਕਈ ਵਾਰ ਇਹ ਗੱਲ ਸੋਚਦਾ ਹਾਂ, ਗੁਰੂ ਨਾਨਕ ਸਾਹਿਬ ਮਹਾਰਾਜ ਕਿ ਦੁਨੀਆ ਵਿੱਚ ਏਡੇ ਵੱਡੇ ਵੱਡੇ ਫਿਲਾਸਫਰ ਹੋਏ, ਗੁਰੂ ਸਾਹਿਬ ਤੋਂ ਪਹਿਲਾਂ ਵੀ ਹੋ ਗਏ ਸਨ, ਤੇ ਮਹਾਰਾਜ ਦੇ ਸਮੇਂ ਵਿੱਚ ਵੀ ਬੜੇ ਆਲਮ ਲੋਕ ਸਨ। ਜਿੰਨੀ ਸਤਿਗੁਰੂ ਨੇ ਯਾਤਰਾ ਕੀਤੀ ਹੈ ਨਾ ਆਪਣੇ ਜੀਵਨ 'ਚ, ਦੁਨੀਆ ਦੇ तमाम ਧਾਰਮਿਕ ਰਹਿਨੁਮਾਵਾਂ ਦੇ ਵਿੱਚੋਂ ਸਭ ਤੋਂ ਵਧੇਰੇ ਯਾਤਰਾ ਗੁਰੂ ਨਾਨਕ ਸਾਹਿਬ ਨੇ ਕੀਤੀਆਂ। ਵੈਸੇ ਹੋਰ ਬੰਦਿਆਂ ਦਾ ਜ਼ਿਕਰ ਵੀ ਆਉਂਦਾ ਜਿਨ੍ਹਾਂ ਧਰਤੀ ਦੇ ਉੱਤੇ ਬਹੁਤ ਲੰਮੀ ਯਾਤਰਾ, ਪਰ ਉਹਨਾਂ ਦਾ ਪਰਪਸ ਜਿਹੜਾ ਉਹ ਸੰਸਾਰ ਨੂੰ ਕੁਝ ਦੇਣਾ ਨਹੀਂ ਸੀ, ਕੇਵਲ ਸੈਰ ਸਪਾਟਾ ਸੀ ਜਾਂ ਕੁਝ ਵਪਾਰ ਦੇ ਕੇਂਦਰ ਖੋਜਣੇ ਸਨ। ਉਹਨਾਂ ਦੇ ਆਪਣੇ ਨਿੱਜੀ ਟੀਚੇ ਸਨ। ਗੁਰੂ ਨਾਨਕ ਸਾਹਿਬ ਨੇ ਜਿੰਨੀਆਂ ਵੀ ਯਾਤਰਾਵਾਂ, ਜਿੰਨਾ ਵੀ ਪੈਂਡਾ ਕੀਤਾ ਆਪਣੇ ਜੀਵਨ ਕਾਲ ਦੇ ਵਿੱਚ, ਇੰਨਾ ਲੰਮਾ ਪੈਂਡਾ, ਦੂਰ ਦਰਾਜ ਤੱਕ ਖਤਰਿਆਂ ਭਰਿਆ ਸਫ਼ਰ, ਉਹ ਸਾਰੇ ਦਾ ਸਾਰਾ ਮਨੁੱਖਤਾ ਨੂੰ ਕੁਝ ਵਿਚਾਰ, ਕੁਝ ਥੋਟ ਦੇਣ ਲਈ ਕੀਤਾ। ਤੇ ਸਤਿਗੁਰੂ ਮਹਾਰਾਜ ਬੜੇ ਵੱਡੇ ਵੱਡੇ ਉੱਚ ਕੋਟੀ ਦੇ ਵੱਖ-ਵੱਖ ਮਜ਼ਹਬਾਂ ਤੇ ਵੱਖ-ਵੱਖ ਥਾਵਾਂ ਤੇ ਰਹਿਣ ਵਾਲੇ ਵਿਦਵਾਨਾਂ ਨੂੰ ਮਿਲੇ, ਆਲਮ ਫਾਜ਼ਲ ਲੋਕਾਂ ਨੂੰ ਮਿਲੇ, ਧਰਮ ਗ੍ਰੰਥਾਂ ਤੇ ਹਰ ਪ੍ਰਕਾਰ ਦੀ ਵਿੱਦਿਆ ਵਿੱਚ ਨਿਪੁੰਨ ਲੋਕਾਂ ਦਾ ਵਾਹ ਜਿਹੜਾ ਸੀ, ਉਹਨਾਂ ਨਾਲ ਗੁਰੂ ਨਾਨਕ ਸਾਹਿਬ ਦਾ ਵਾਹ ਵਾਸਤਾ ਰਿਹਾ। ਪਰ ਕਿੱਡੀ ਹੈਰਾਨੀ ਦੀ ਗੱਲ ਹੈ ਵੀ ਉਹਨਾਂ ਦੀ ਲਿਖਤ ਦਾ ਇੱਕ ਅੱਖਰ ਵੀ ਸਾਹਿਬ ਨੇ ਆਪਣੀ ਪੋਥੀ ਵਿੱਚ ਦਰਜ ਨਹੀਂ ਕੀਤਾ ਵੀ ਐਡਾ ਵੱਡਾ ਵਿਦਵਾਨ ਹੈ, ਮੈਂ ਇਹਦੀ ਕੋਟੇਸ਼ਨ ਦੇ ਦਿਆਂ। ਆਮ ਤੌਰ 'ਤੇ ਬੁਲਾਰਾ ਜਦੋਂ ਗੱਲ ਕਰਦਾ ਉਹ ਵਿਦਵਾਨਾਂ ਨੂੰ ਕੋਡ ਕਰਦਾ, ਲਿਖਤਾਂ ਨੂੰ ਕੋਡ ਕਰਦਾ। ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਕਿਸੇ ਵਿਦਵਾਨ ਨੂੰ ਕੋਡ ਨਹੀਂ ਕੀਤਾ, ਕਿਸੇ ਲਿਖਾਰੀ ਦੇ ਗ੍ਰੰਥ ਵਿੱਚੋਂ ਕੋਈ ਅੱਖਰ ਨਹੀਂ ਲਿਆ ਵੀ ਹੂ ਬਹੂ ਮੈਂ ਆਹ ਚੀਜ਼ ਲੈ ਕੇ ਵੀ ਉੱਥੇ ਆਹ ਲਿਖਿਆ ਪਿਆ, ਫਲਾਣੇ ਨੇ ਆਹ ਲਿਖਿਆ ਮੈਂ ਅੱਗੇ ਪਹੁੰਚਾ ਦਿਆਂ। ਨਹੀਂ, ਉਹਨਾਂ ਬਾਣੀ ਲਈ ਕੇਵਲ ਬਾਬਾ ਕਬੀਰ ਸਾਹਿਬ, ਬਾਬਾ ਫਰੀਦ ਸਾਹਿਬ, ਭਗਤ ਨਾਮਦੇਵ ਸਾਹਿਬ, ਭਗਤ ਰਵਿਦਾਸ ਤਥਾ ਉਹਨਾਂ ਮਹਾਂਪੁਰਖਾਂ ਦੇ ਜਿਨ੍ਹਾਂ ਦੇ ਆਪਾਂ ਗੁਰੂ ਗ੍ਰੰਥ ਸਾਹਿਬ 'ਚੋਂ ਸ਼ਬਦ ਰੂਪ ਵਿੱਚ ਦਰਸ਼ਨ ਕਰਦੇ। ਉਹ ਵੱਖਰੀ ਗੱਲ ਹੈ ਵੀ ਅੱਜ ਆਪਾਂ ਸ਼ਬਦ ਨਾਲੋਂ ਟੁੱਟ ਕੇ ਤਸਵੀਰ ਰੂਪ ਵਿੱਚ, ਬੁੱਤ ਰੂਪ ਵਿੱਚ ਦਰਸ਼ਨ ਦੇ ਆਦੀ ਹੁੰਦੇ ਜਾ ਰਹੇ। ਇਹ ਨੀਮ ਬੁੱਤ ਪ੍ਰਸਤੀ ਦੀ ਹਾਲਤ ਹੈ ਜਿਸ ਵਿੱਚ ਅਸੀਂ ਪਹੁੰਚੇ ਹੋਏ ਹਾਂ। ਤੇ ਸਾਡੀ ਇਸ ਆਦਤ ਨੇ ਇਸ ਦਿਨ ਲੈ ਆਉਂਦੇ ਨੇ ਵੀ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਬੁੱਤ ਬਣ ਕੇ ਬਾਜ਼ਾਰਾਂ ਵਿੱਚ ਆ ਗਏ, ਗੁਰੂ ਗੋਬਿੰਦ ਸਿੰਘ ਸਾਹਿਬ ਦੇ ਬੁੱਤ ਬਣ ਕੇ, ਸਾਹਿਬਜ਼ਾਦਿਆਂ ਦੇ ਬੁੱਤ ਬਣ ਕੇ ਬਾਜ਼ਾਰਾਂ 'ਚ ਆ ਗਏ। ਇਹ ਨੀਮ ਬੁੱਤ ਪ੍ਰਸਤੀ ਹੈ। ਮੈਂ ਅੱਗੇ ਕਈ ਵਾਰ ਬੇਨਤੀ ਕੀਤੀ ਹੈ ਵੀ ਅੱਜ ਸਾਨੂੰ ਇਹ ਖਤਰਾ ਨਹੀਂ ਲੱਗਦੀਆਂ ਚੀਜ਼ਾਂ, ਪਰ ਸਾਨੂੰ ਸੰਭਲਣਾ ਚਾਹੀਦਾ। ਇੱਕ ਅਕਾਲ ਦੇ ਪੁਜਾਰੀ ਤੇ ਅਕਾਲ ਦੇ ਉਪਾਸ਼ਕ ਖਾਲਸਾ ਜੀ ਨੂੰ ਇਸ ਪਾਸੇ ਸੋਚਣਾ ਚਾਹੀਦਾ ਕਿ ਇਹ ਚੀਜ਼ ਆਉਣ ਵਾਲੇ 20 ਸਾਲਾਂ 'ਚ ਇਹ ਚੀਜ਼ ਵੱਡੀ ਹੋਏਗੀ ਤੇ ਸਥਾਪਿਤ ਹੋਏਗੀ। ਤੇ ਸਾਡੀ ਦਸ਼ਾ ਇਹ ਨਾ ਹੋ ਜਾਏ ਕਿ ਸਾਡੇ ਧਰਮ ਸਥਾਨਾਂ 'ਤੇ ਇੱਕ ਪਾਸੇ ਬੁੱਤ ਪ੍ਰਸਤ ਵੀ ਆਉਣ ਤੇ ਉਹ ਆਪਣੇ ਬੁੱਤ ਰੱਖਣ ਦੀ ਜਿੱਦ ਕਰਨ, ਕਿਉਂਕਿ ਇਹ ਸਾਂਝੀ ਥਾਂ ਹੁੰਦੀ ਹੈ ਨਾ, ਇੱਥੇ ਹਰ ਬੰਦਾ ਜਿੱਦ ਪੁਗਾ ਸਕਦਾ ਤੇ ਅਸੀਂ ਸੰਗਤ ਜੋੜਨ ਦੇ ਚੱਕਰ ਵਿੱਚ ਬੁੱਤ ਵੀ ਰੱਖ ਲਈਏ ਕਿ 100 ਬੰਦਾ ਟੁੱਟਦਾ ਰੱਖ ਲਓ ਇੱਕ ਕੋਨੇ 'ਚ, ਜਿੰਨਾ ਬੁੱਤ ਪੂਜਣਾ ਬੁੱਤ ਪੂਜ ਲੈਣਗੇ, ਜਿੰਨਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਸਿਜਦਾ ਕਰਨਾ ਇੱਧਰ ਕਰ ਲੈਣਗੇ। ਸਾਨੂੰ ਅੱਜ ਇਹ ਪ੍ਰੋਬਲਮ ਨਹੀਂ ਲੱਗਦੀ, ਪਰ ਇਹ ਪ੍ਰੋਬਲਮ ਨੇ ਆਪਣਾ ਸਿਰ ਚੁੱਕ ਲਿਆ। ਤੇ ਇਹਦਾ ਹੱਲ ਕੀ ਹੈ? ਬਾਜ਼ਾਰਾਂ 'ਚ ਬੁੱਤ ਖਰੀਦ ਕੇ ਘਰ ਰੱਖਣੇ ਬੰਦ ਕਰ ਦਿਓ। ਇਹਦਾ ਇੱਕੋ ਹੀ ਹੱਲ ਹੈ। ਇਹਦਾ ਇੱਕੋ ਹੀ ਹੱਲ ਹੈ ਵੀ ਕੇਵਲ ਗੁਰੂ ਗ੍ਰੰਥ ਸਾਹਿਬ 'ਤੇ ਇਕਤਾਤ 'ਤੇ ਯਕੀਨ ਰੱਖਦਿਆਂ ਆਪਣੇ ਘਰਾਂ ਵਿੱਚ ਸਤਿਗੁਰੂ ਦੀ ਬਾਣੀ ਨੂੰ, ਗੁਰੂ ਸਾਹਿਬ ਦੇ ਉਪਦੇਸ਼ ਨੂੰ ਜਗ੍ਹਾ ਦਿਓ। ਇੰਨਾ ਹੀ ਕਹਿਣਾ ਚਾਹਾਂਗਾ। ਹਾਲਾਂਕਿ ਥੋੜ੍ਹਾ ਕਠਿਨ ਹੁੰਦਾ ਹੈ ਕਿਉਂਕਿ ਸਾਡੀ ਬਹੁਤੀ ਆਦਤ ਜਿਹੜੀ ਆ ਉਹ ਇਤਿਹਾਸ ਦੇ ਨਾਂ 'ਤੇ ਵੀ ਕਾਵਾਂ ਚਿੜੀਆਂ ਦੀਆਂ ਕਹਾਣੀਆਂ ਸੁਣਨ ਦੀ ਹੈ। ਇਸ ਕਰਕੇ ਕਈ ਵਾਰ ਲੱਗਦਾ ਹੈ ਵੀ ਇਹ ਕਿਹੋ ਜਿਹੀ ਕਥਾ ਹੋਈ। ਪਰ ਮੈਂ ਇਹ ਇਸ ਕਰਕੇ ਕਹਿ ਰਿਹਾ ਵੀ ਸਾਨੂੰ ਹੋਰ ਨਾ ਉਲਝਣਾ ਪਵੇ ਕਿਸੇ ਗੱਲ ਵਿੱਚ। ਅਸੀਂ ਬਹੁਤ ਉਲਝੇ ਹਾਂ। ਸਤਿਗੁਰੂ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਉਹਨਾਂ ਮਹਾਨ ਸਤਿਪੁਰਖਾਂ ਦੀ ਬਾਣੀ ਨੂੰ ਇਕੱਤਰ ਕੀਤਾ ਤੇ ਉਸ ਬਾਣੀ ਰੂਪ ਵਿੱਚ ਅਸੀਂ ਉਹਨਾਂ ਦੇ ਅੱਜ ਦਰਸ਼ਨ ਤੇ ਦੀਦਾਰ ਕਰਦੇ ਹਾਂ। ਕਿਉਂ ਕੀਤਾ? ਉਹਨਾਂ ਨੂੰ ਤਾਂ ਸਮੇਂ ਦੇ ਤਾਕਤਵਰ ਵਿਦਵਾਨ ਆਲਮ ਲੋਕਾਂ ਨੇ ਵਿਦਵਾਨਾਂ ਦੀ ਗਿਣਤੀ 'ਚ ਹੀ ਨਹੀਂ ਰੱਖਿਆ। ਭਗਤ ਨਾਮਦੇਵ ਸਾਹਿਬ ਆਪਣੇ ਸ਼ਬਦ ਵਿੱਚ ਕਹਿੰਦੇ ਨੇ, ਇਹ ਪੰਡਿਆ ਮੋਕੋ ਢੇਡ ਕਹਿਤ। ਇਹ ਬੜਾ ਪੀੜਾਦਾਇਕ ਸ਼ਬਦ ਹੈ।
ਇਹਦੇ ਵਿੱਚ ਕੋਈ ਏਡੀ ਵੱਡੀ ਪ੍ਰਸੰਨਤਾ ਨਹੀਂ ਇਸ ਪੰਕਤੀ 'ਚ ਲੁਕੀ ਹੋਈ ਵੀ ਮੈਂ ਇਹਨੂੰ ਬੜੇ ਉਤਸ਼ਾਹ ਨਾਲ ਕਹਾਂ। ਮੈਨੂੰ ਕਈ ਵਾਰ ਇਵੇਂ ਲੱਗਦਾ ਹੈ, ਕੋਈ ਬਾਪ ਜਦੋਂ ਕਿਸੇ ਰਾਹ ਥਾਣੀ ਗੁਜ਼ਰ ਰਿਹਾ ਹੋਵੇ ਨਾ, ਤੇ ਆਪਣੇ ਪੋਤਰੇ ਨੂੰ ਉਂਗਲ ਲਾ ਕੇ ਪੁੱਤਰ ਦੇ ਨਾਲ ਜਾ ਰਿਹਾ ਹੋਵੇ, ਤੇ ਭਰੇ ਮਨ ਨਾਲ ਆ ਕੇ ਪੁੱਤ ਆਹ ਸੱਥ ਹੈ ਜਿੱਥੇ ਮੇਰੀ ਪੱਗ ਨੂੰ ਕਿਸੇ ਵੇਲੇ ਹੱਥ ਪਿਆ ਸੀ, ਇਹ ਉਹ ਜਗ੍ਹਾ ਹੈ ਜਿੱਥੇ ਮੈਨੂੰ ਕਿਸੇ ਨੇ ਮਿਹਣਾ ਦਿੱਤਾ ਸੀ। ਤੁਹਾਡਾ ਉਸ ਜਗ੍ਹਾ ਦੇ ਪ੍ਰਤੀ ਕਿਹੋ ਜਿਹਾ ਦ੍ਰਿਸ਼ਟੀਕੋਣ ਹੋਏਗਾ? ਮੰਨ ਲਓ ਮੇਰਾ ਦਾਦਾ ਮੈਨੂੰ ਆਖੇ, ਮੈਂ ਉਹਦੇ ਨਾਲ ਜਾ ਰਿਹਾ, ਮੈਨੂੰ ਆਖੇ ਪੁੱਤ ਆਹ ਉਹ ਥਾਂ ਹੈ ਜਿੱਥੇ ਮੈਨੂੰ ਭਰੀ ਸੱਥ 'ਚ ਕਿਸੇ ਨੇ ਮਿਹਣਾ ਮਾਰਿਆ ਸੀ। ਮੇਰੇ ਅੰਦਰ ਜਿਹੜੀ ਚੀਜ਼ ਉਸ ਵੇਲੇ, ਜਿਹੜਾ ਭਾਵ ਪੈਦਾ ਹੋਣਾ ਹੈ, ਅਸੀਂ ਕਦੇ ਪੰਕਤੀ ਪੜ੍ਹਦਿਆਂ ਮਹਿਸੂਸ ਕੀਤਾ? ਜਿਸ ਨੂੰ ਅਸੀਂ ਜਨਮ ਤੋਂ ਲੈ ਕੇ ਮਰਨ ਤੱਕ ਸਿਜਦਾ ਕਰਦੇ ਹਾਂ, ਜਿਸ ਬਾਣੀ ਨੂੰ ਭਗਤ ਨਾਮਦੇਵ ਸਾਹਿਬ ਜੀ ਦੇ ਬੋਲਾਂ ਨੂੰ ਸਾਡੇ ਜੰਮਣ 'ਤੇ ਵੀ ਪੜ੍ਹਿਆ ਜਾਂਦਾ ਹੈ, ਮਰਨ 'ਤੇ ਵੀ ਪੜ੍ਹਿਆ ਜਾਂਦਾ ਹੈ, ਹਰ ਦੁੱਖ ਸੁੱਖ 'ਚ ਪੜ੍ਹਿਆ ਜਾਂਦਾ ਹੈ, ਸਿਜਦੇ ਕੀਤੇ ਜਾਂਦੇ ਨੇ, ਪਰਿਕਰਮਾ ਕੀਤੀ ਜਾਂਦੀ ਹੈ। ਸਾਡੇ ਬਜ਼ੁਰਗ ਨੇ ਭਰੇ ਮਨ ਨਾਲ ਆਖਿਆ, ਇਹ ਪੰਡਿਆ ਮੋਕੋ ਢੇਡ ਕਹਿਤ, ਇਹ ਮੈਨੂੰ ਨੀਚ ਆਂਦੇ ਨੇ ਪੁੱਤ, ਨੀਵਾਂ ਆਂਦੇ ਨੇ। ਕਦੇ ਉਸ ਪੀੜ ਨੂੰ ਅਸੀਂ ਮਹਿਸੂਸ ਕੀਤਾ ਬਾਣੀ 'ਚੋਂ? ਐਵੇਂ ਨਹੀਂ। ਬਾਣੀ ਮਹਿਜ਼ ਦਿਮਾਗੀ ਕਸਰਤ ਨਹੀਂ ਹੈ, ਇਹਨੂੰ ਫੀਲ ਵੀ ਕਰਨਾ ਹੈ। ਇਹਦੇ ਜਿੱਥੇ ਗੁਰੂ ਸਾਹਿਬ ਨੇ ਉਤਸ਼ਾਹ ਦੀ ਗੱਲ, ਉੱਥੇ ਉਤਸ਼ਾਹ ਨੂੰ ਫੀਲ ਕਰੋ, ਮਹਿਸੂਸ ਕਰੋ। ਜਿੱਥੇ ਸਤਿਗੁਰੂ ਮਹਾਰਾਜ ਨੇ ਜਿਹੋ ਜਿਹਾ ਰੂਪਕ ਵਰਤਿਆ, ਉਹਨੂੰ ਮਹਿਸੂਸ ਕਰੋ। ਇੱਕ ਦ੍ਰਿਸ਼ ਖਿੱਚ ਦਿੰਦੇ ਨੇ ਮੇਰੇ ਹਜ਼ੂਰ ਸਾਹਮਣੇ, ਤੇਰੇ ਬੰਕੇ ਲੋਇਣ ਦੰਤਰੀ ਸਾਲਾ, ਸੋਹਣੇ ਨੱਕ ਜਿਨ ਲੰਬੜੇ ਵਾਲਾ। ਮੈਂ ਹੈਰਾਨ ਹੁੰਦਾ, ਗੁਰੂ ਗ੍ਰੰਥ ਸਾਹਿਬ 'ਚ ਰੱਬ ਨੂੰ ਕਿਤੇ ਗੰਜਾ ਹੀ ਨਹੀਂ ਕਿਹਾ ਗਿਆ। ਕਿਤੇ ਵਿਖਾ ਦਿਓ, ਇੱਕ ਪੰਕਤੀ ਵਿਖਾ ਦਿਓ। ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਵਿੱਚ ਰੱਬ ਵੀ ਉਹੋ ਜਿਹਾ ਜਿਹੋ ਜਿਹੇ ਸਤਿਗੁਰੂ ਆਪ ਨੇ। ਬੰਦਾ ਆਪਣੇ ਵਰਗਾ ਹੀ ਰੱਬ ਤਰਾਸ਼ਦਾ ਹੈ ਨਾ। ਜਿਹੜੇ ਕ੍ਰੋਧੀ ਸਨ, ਉਹਨਾਂ ਨੇ ਰੱਬ ਬਣਾਇਆ ਵੀ ਉਹਦੇ 8-10 ਬਾਹਾਂ ਬਣਾ ਕੇ ਹਥਿਆਰ ਹੀ ਦੇ ਦਿੱਤੇ, ਸਾਰੇ ਹੱਥਾਂ 'ਚ ਹੀ ਦੇ ਦਿੱਤੇ। ਉਹ ਜਿਹੋ ਜਿਹਾ ਉਹਨਾਂ ਦੇ ਦਿਮਾਗ 'ਚ ਚੱਲ ਰਿਹਾ ਸੀ, ਉਹੋ ਜਿਹਾ ਉਹਨਾਂ ਰੱਬ ਚਿੱਤਰਨਾ ਸੀ, ਚਿੱਤਰ ਲਿਆ ਉਹਨੂੰ। ਸੰਗੀਤਕਾਰ ਨੇ ਆਪਣਾ ਰੱਬ ਚਿੱਤਰਿਆ, ਉਹਦੇ ਹੱਥ 'ਚ ਵੀਣਾ ਦੇ ਦਿੱਤੀ। ਚਿੱਤਰਕਾਰ ਨੇ ਆਪਣਾ ਰੱਬ ਚਿੱਤਰਿਆ, ਉਹਨੇ ਇੱਕ ਹੱਥ ਵਿੱਚ ਕਾਗਜ਼, ਇੱਕ ਹੱਥ ਵਿੱਚ ਕਲਮ, ਬ੍ਰਸ਼ ਦੇ ਦਿੱਤਾ। ਭਾਰਤੀ ਸੱਭਿਆ 'ਚ ਇਵੇਂ ਹੀ ਕਲਪੇ ਗਏ ਨਾ ਰੱਬ। ਜੋ ਸੰਸਾਰ 'ਚ ਭੇਦਭਾਵ ਕਰਦਾ, ਉਹਨੇ ਆਖਿਆ ਖੁਦਾ ਕਾਫਰ ਨੂੰ ਢੋਈ ਨਹੀਂ ਦੇ ਸਕਦਾ, ਕਿਉਂਕਿ ਖੁਦਾ ਮੇਰਾ ਜੋ ਹੋਇਆ ਤੇ ਮੇਰੇ ਵਰਗਾ ਹੀ ਹੋਏਗਾ ਨਾ। ਵੇਖੋ ਗੁਰੂ ਨਾਨਕ ਦਾ ਰੱਬ, ਸਤਿਗੁਰੂ ਆਖਦੇ ਨੇ ਮੈਨੂੰ ਹਰ ਇੱਕ ਵਿੱਚੋਂ ਮੇਰਾ ਰੱਬ ਦੀਦਾ। ਆਖਿਆ ਮਹਾਰਾਜ ਸੱਜਣ ਵਰਗੇ ਠੱਗ 'ਚੋਂ ਵੀ, ਆਖਿਆ ਕਿਉਂ ਨਹੀਂ, ਉਹਦੇ 'ਚੋਂ ਵੀ ਦੀਦਾ। ਤਾਂ ਹੀ ਤਾਂ ਮੈਂ ਆਪ ਚੱਲ ਕੇ ਉਹਦੇ ਕੋਲ ਜਾਣਾ। ਕਿੱਡੀ ਖੁੱਲ੍ਹ ਦਿਲੀ, ਕਿਤੇ ਜ਼ਰਾ ਜਿੰਨਾ ਸਤਿਗੁਰੂ ਨੇ ਕੁੰਡਾ ਤਾਂ ਕੀ ਲਾਉਣਾ, ਦਰਵਾਜ਼ਾ ਵੀ ਨਹੀਂ ਢੋਇਆ। ਆਖਿਆ ਸਿੱਖੀ ਦਾ ਦਰਵਾਜ਼ਾ ਢੋਕ ਹੀ ਨਹੀਂ ਸਕਦਾ, ਇਹ ਖੁੱਲ੍ਹਾ ਹੀ ਰਹੇਗਾ। ਚੌਂ ਵਰਨਾਂ ਲਈ ਵੀ ਖੁੱਲ੍ਹਾ ਰਹੇਗਾ, ਮਜ਼ਹਬਾਂ ਲਈ ਵੀ ਖੁੱਲ੍ਹਾ ਰਹੇਗਾ, ਔਰ ਵੱਧ ਤੋਂ ਵੱਧ ਬੰਦੇ ਲਈ ਵੀ ਇਹਦਾ ਦਰਵਾਜ਼ਾ ਖੁੱਲ੍ਹਾ ਰਹੇਗਾ। ਕਮਾਲ ਹੈ। ਇਹ ਦੁਨੀਆ ਦਾ ਰੱਬ ਤਾਂ ਇਸ ਕਰਕੇ ਹੀ ਪ੍ਰਵਾਨ ਨਹੀਂ ਕਰਦਾ ਵੀ ਇਹ ਦੂਜੇ ਮਜ਼ਹਬ ਦਾ, ਇਸ ਕਰਕੇ ਭਾਵੇਂ ਕਿੰਨਾ ਵੀ ਨੇਕ ਹੋਵੇ, ਜਦੋਂ ਸਾਡੇ ਝੰਡੇ ਥੱਲੇ ਹੀ ਨਹੀਂ ਆਇਆ ਤੇ ਸਾਡੇ ਰੱਬ ਨੇ ਇਹ ਤੋਂ ਕਰਾਉਣਾ ਕੀ ਹੈ। ਮੇਰਾ ਹਜ਼ੂਰ ਆਂਦਾ, ਤੁਸੀਂ ਕਿਸੇ ਮਜ਼ਹਬ ਦੇ ਹੋਵੋ, ਕੀ ਫਰਕ ਪੈਂਦਾ? ਤੂੰ ਅੱਲਾ ਕਹੇ, ਰਾਮ ਕਹੇ, ਗੁਸਾਈ ਕਹੇ, ਤੂੰ ਕੁਝ ਵੀ ਕਹੇ, ਮੇਰਾ ਕਰਤਾ ਪੁਰਖ ਤੇਰੇ ਵਿੱਚ ਹੈ। ਮੈਂ ਤੇਰੇ 'ਚੋਂ ਵੀ ਉਸੇ ਰੱਬ ਨੂੰ ਵੇਖਦਾ ਜਿਸ ਰੱਬ ਨੂੰ ਮੈਂ ਆਪਣੇ ਅੰਦਰ ਅਹਿਸਾਸ ਕਰਦਾ। ਸਭ ਮੈਂ ਜੋਤ, ਜੋਤ ਹੈ ਸੋਏ, ਤਿਸਦਾ ਚਾਨਣ ਸਭ ਮੈਂ ਚਾਨਣ ਹੋਏ। ਵੇਖੋ ਸਰੂਪ ਕੀ ਹੈ। ਹੁਣ ਤਾਂ ਅਸੀਂ, ਮੈਂ ਜਿਵੇਂ ਬੇਨਤੀ ਕੀਤੀ ਹੈ ਨਾ, ਵੀ ਪਰੋਸ ਦਿੱਤਾ ਸਾਨੂੰ। ਬਾਬਾ ਸ਼ੇਖ ਫਰੀਦ ਸਾਹਿਬ ਜੀ ਦੇ ਸ਼ਲੋਕਾਂ ਦੀ ਅਸੀਂ ਲੜੀਵਾਰ ਵਿਚਾਰ ਕਰ ਰਹੇ ਹਾਂ, ਤਾਂ ਉਹਦੇ ਵਿੱਚ ਸ਼ਲੋਕ ਸੀ ਤੇ ਮੈਂ ਉਹਦੀ ਵਿਆਖਿਆ ਵਿੱਚ ਇਹ ਹਵਾਲਾ ਦਿੱਤਾ ਸੀ। ਤੁਸੀਂ ਜਿੱਥੇ ਕਾਂ ਚੂੰਡ ਰਹੇ ਨੇ ਬਾਬਾ ਫਰੀਦ ਸਾਹਿਬ ਨੂੰ, ਕਿਤੇ ਪੱਗ ਵਾਲੀ ਫੋਟੋ ਵੇਖੀ ਬਾਬਾ ਫਰੀਦ ਸਾਹਿਬ ਦੀ? ਨਹੀਂ। ਬਜ਼ੁਰਗ ਪੱਗ ਬੰਨ੍ਹਦਾ ਹੋਵੇ ਤੇ ਫੋਟੋ ਸ਼ੌਪ ਵਾਲਾ ਐਡਿਟ ਕਰਕੇ ਤੁਹਾਡੇ ਬਜ਼ੁਰਗ ਦੇ ਖਿਲਰੇ ਵਾਲ ਵਿਖਾ ਦਾ, ਤੁਸੀਂ ਗੱਲ ਨਾ ਪੈ ਜਾਓਗੇ ਉਹਦੇ। ਸਾਡਾ ਬਾਪੂ ਤੇ ਪੱਗ ਬੰਨ੍ਹਦਾ ਸੀ। ਬਾਬਾ ਫਰੀਦ ਸਾਹਿਬ ਸਾਡੇ ਬਜ਼ੁਰਗ ਜਦੋਂ ਇਹ ਕਹਿੰਦੇ ਨਾ, ਸਿਰ ਪਲਿਆ, ਦਾੜੀ ਪਲੀ, ਮੁੱਛਾਂ ਭੀ ਪੜੀਆਂ, ਰੇ ਮਨ ਗਹਿਲੇ ਬਾਵਲੇ ਮਾਣੇ ਕਿਆ ਰੜੀਆਂ। ਜਦੋਂ ਇਹ ਕਹਿੰਦੇ ਫਰੀਦਾ ਮੈਂ ਭੁਲਾਵਾ ਪੱਗ ਦਾ, ਮੱਤ ਮੈਲੀ ਹੋ ਜਾਏ। ਆਪਣੀ ਪੱਗ ਵੱਲ ਵੇਖ ਕੇ ਉਹਨਾਂ ਉਦਾਹਰਣ ਦਿੱਤੀ ਹੈ, ਕਿਸੇ ਦੀ ਪੱਗ ਵੱਲ ਵੇਖ ਕੇ ਨਹੀਂ। ਆਪਣੀ ਦਾੜੀ, ਆਪਣੀਆਂ ਮੁੱਛਾਂ ਤੇ ਆਪਣੇ ਕੇਸਾਂ ਵੱਲ ਵੇਖ ਕੇ ਉਹਨਾਂ ਉਦਾਹਰਣ ਦਿੱਤੀ।
जो बाबा कबीर साहब कहते जब जब में आए केस गए पटकै तां दिन केसना बसाएगा। जे केस विहीन सन तो उन्होंने केसां की उदाहरण देने की लोड़ की सी। जदों बाबा रविदास साहब कहते बंके बाल पाग सिर डेरी ये तन होए गो भस्म की ढेरी। बंके बाल एन सोहने सुंदर छलियां वाले वाल बंके वाल उन्होंने कहते हैं, जिन्हां वालों विचों भी सुंदरता झलकदी हो, केसां चों भी सुंदरता झलकदी हो। बंके बाल पाग सिर डेरी सिर दे उत्ते पग ते कहंदे ने ये तन होएगो भस्म कीटे। भला ये उदाहरण उही देगा ना जिहड़ा इस रूप दा धारनी है। असी की चितविया बाबा रविदास जी नूं की बनाया, बाबा नामदेव साहब नूं की बनाया, बाबा कबीर जी नूं की बनाया, बाबा फरीद साहब नूं महाराज नूं की बनाया, ये असी सोचना। पैसे खर्च के जहर ना लियाओ अपनी सभ्यता लई। जिथे पैसा खर्चदे हो ना वो चीज़ लियाओ जिहड़ी तुहानूं ये रियलाइज़ कराए साडा बजुर्ग इहो जिहा सी, ये साडे बाबे सन। तुहाडी कल्पना दे विच भी खलल नहीं पैना चाहिए। मैं जिस वेले अपनी सुरत विच कल्पना करां बाबा फरीद साहब दी ते मेरी कल्पना च भंग क्यों पवे, बाबा फरीद साहब अधूरे क्यों होण, ये बेअदबी है। ये उन्हां दी इज्जत उन्हां दी शान दे विरुद्ध गुस्ताखी है। पर असी इस पद्धर के उत्ते असी अवेयर नहीं हाँ। इस पद्धर उत्ते अजे सानू सोचना बनता है। सतगुरु मेहर करे। तो मैं बिनय कर रहा सा भी सतगुरु महाराज ने उन्होंने महान सतपुरखों की बाणी को एकत्र किया क्यों किया। बाबा नामदेव साहब तो कहते मैंने तो दुनिया नीच कहती, उच्चियां जातां वाले स्थापत मजहब ते राजनीति ते काबिज लोग मैंने तो नीच कहते हैं। पर गुरु नानक साहब को यह बोल चंगा लगे। पीड़ उठी अंदर, इन्ने नेक इन्ने जागे हुए इन्ने भले परमेश्वर के प्यारे को कोई नीच चाहता है। मैं इस दर्द को हर सिख की सुरत में पा दें, इस पीड़ को मैं सदियां तक जिउंदियां कर देंगा। जदों कोई मेरा गुर सिख इस बाणी की पंक्ति पढ़ेगा तो वो अंदर भी इस तरह की चीज़ उठेगी। मैनू इस पंक्ति तो सतगुरु महाराज के कोमल ते नरम दिल का बाखूबी अंदाज़ा हो जाता है। मेरे हजूर महाराज के अंदर कितनी नरमाई है। किसी ने नीच कहा तो पीड़ मेरे सतगुरु के अंदर हुई, दर्द उठा। किसी ने लालो नूं धक्का दिता तो मेरे हजूर महाराज ने वह कुंडा जा खड़काया। उन्हें आख्या सतगुरु तुहानूं जी आया पर मेरे को तुहाडे लई सेवा करने लई बहुते साधन नहीं है, तो तुहानूं जदों सद्दा आया वह रज्या पुज्या तो इत्थों दा अमीर बंदा है। तो कारण दो ने, मैं तुहानूं ये तो नहीं कह सकता भी तुसीं चले जाओ, पर मैं अपनी बेनती गुजारिश तुहाडे सामने कर सकदा। गल्लां दो ने, एक तो मैं तुहानूं रुखे मिसे तो बिना कुछ नहीं जे दे सकदा, तुसीं संत पुरख हो। मैं समझदा भी जो कुछ मैं खाना तुहानूं मैं खवावां ये गुस्ताखी है। तो दूजी मेरी बेनती ये जे अपना पाला भी बंदे नूं सुझदा है, बाल बच्चेदार हाँ। जे तुसी मलक भागो दे सद्दे ते उहदे घर ना गए तो तुहाडे नाल भी गुस्ताखी नाल पेश आएगा, तो मैं तो गरीब पिंजिया ही जावांगा ना। तुहाडा गुस्सा मेरे ते कढ़ सकदा। मेरे हजूर ने उन्होंने बाहों फड़िया तो आख्या कट्ठे चलते हैं। आख्या नहीं महाराज, ये पंडितां ते पुरोहितां उच्चियां जातां वालियां दा ब्रह्म भोज है, मैं गरीब नूं उत्थे तुसीं लिजा के मसला खड़ा करोगे। आख्या नहीं तू चल, तू मेरा भाई है। पुराने समय सन, उन्हां समयां दे विच ना लोग घड़े भर के ले आउंदे सन, ते जिहड़े पिंडां दे विच खूह हुंदे सन उन्हां खूहां दे उत्ते समां बद्धा हुंदा सी ते चबच्चे बने हुंदे सन। सब तो नीवियां जातां वाले जिहड़े सन तथा कथित कौती नीवी, उन्हां दे चबच्चा ही वखरा, उतों पानी भर के लिआउण। किसी अमीर के मन च आया भी ये भेद भी रौला ना पए, उन्हें गरीबां दा खूह ही वखरा लवा, तो हर वेले पानी लैण नहीं सी, एक बार घड़े भर लेने। तो परिवार बाल बच्चेदार परिवार होवे ते घड़े नूं हत्थ बच्चे भी ला देंदे ने, जूठे मिठे भी लग जाए, कोई इशू नहीं बनता। आपां सारे पिंडां दे रहण वाले, आपां नूं पता है खालां दे पानी जिन्हां पीते ने उन्हां नूं पता है असल विवेक दे अर्थ वो किरती बंदा जाणदा है, जिन्हें मिट्टी वाले हत्थ अपने कपड़ियां नाल पूंज के तली ते रोटी रख के खाधी है। नखरियां दा नां धर्म नहीं, जमीन ते तुरदी फिरदी चीज़ का नां धर्म है। जिन्हां नहरां दे पानी पीते, छप्पड़ां दे पानी पीते,
ਜਿਨ੍ਹਾਂ ਨੇ ਪਸ਼ੂਆਂ ਦੇ ਜੂਠੇ ਖੁਰਿਆਂ 'ਚੋਂ ਪਾਣੀ ਪੀਤਾ, ਉਹਨਾਂ ਨੂੰ ਪਤਾ ਹੈ ਕਿਰਤੀ ਬੰਦੇ ਦੇ ਸੁਰਤ ਵਿੱਚ ਉਹ ਕਿਵੇਂ ਮਿੱਟੀ ਨਾਲ ਇਕਸੁਰ ਹੋ ਜਾਂਦਾ। ਜਦੋਂ ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਨਾ ਚਲੇ ਦੇ ਵਿੱਚੋਂ, ਗੰਦੇ ਟੋਭੇ ਦੇ ਵਿੱਚੋਂ ਲੋਟਾ ਕੱਢ ਕੇ ਲਿਆਓ, ਤੇ ਕਿਹਾ ਕਿਹਨੂੰ? ਭਾਈ ਲਹਿਣੇ ਨੂੰ। ਭਾਈ ਲਹਿਣਾ ਕੋਈ ਸਧਾਰਨ ਬੰਦਾ ਨਹੀਂ ਸੀ। ਭਾਈ ਲਹਿਣਾ ਕੌਣ ਸੀ? ਆਲਮ ਬੰਦਾ, ਪੜ੍ਹਿਆ ਲਿਖਿਆ ਬੰਦਾ, ਵਪਾਰੀ। ਧਾਰਮਿਕ ਤੌਰ 'ਤੇ ਉਹਨਾਂ ਦੀ ਇੱਜ਼ਤ ਸੀ। ਪਿਤਾ ਜੀ ਚੜ੍ਹਾਈ ਕਰ ਗਏ ਤੇ ਆਲੇ ਦੁਆਲੇ ਦੇ ਲੋਕਾਂ ਆਖਿਆ, ਭਾਈ ਲਹਿਣਾ ਜੀ ਤੁਸੀਂ ਸਾਡੀ ਜਥੇਦਾਰੀ ਕਰੋ। ਅੱਗੇ ਤੁਹਾਡੇ ਪਿਤਾ ਜੀ ਜਾਂਦੇ ਸਨ ਵੈਸ਼ਨੋ ਦੇਵੀ ਯਾਤਰਾ ਲੈ ਕੇ, ਅਸੀਂ ਤੁਹਾਨੂੰ ਆਗੂ ਬਣਾਇਆ। ਮਾੜੀ ਮੋਟੀ ਗੱਲ ਥੋੜ੍ਹਾ ਕੋਈ। ਖਿਆ ਆਪਣੇ ਜ਼ੇਲ ਵਿੱਚ ਰੱਖੋ, ਆਲੇ ਦੁਆਲੇ ਦੇ ਧਾਰਮਿਕ ਲੋਕ ਤੁਹਾਨੂੰ ਆਗੂ ਚੁਣ ਲੈਣ। ਕਿੰਨਾ ਹੁਸਨ ਆ ਜਾਂਦਾ ਹੈ ਬੰਦੇ ਦੇ ਉੱਤੇ, ਵਡਿਆਈ, ਪ੍ਰਭਤਾ। ਅਸੀਂ ਤਾਂ ਕੋਟਾਂ ਤੱਕ ਜਾਂਦੇ ਹਾਂ ਪ੍ਰਭਤਾ ਲਈ। ਭਾਈ ਲਹਿਣੇ ਨੂੰ ਤਾਂ ਬਿਨਾਂ ਕੋਟ ਤੋਂ ਮਿਲ ਗਈ। ਭਾਈ ਲਹਿਣੇ ਨੂੰ ਦੌਲਤ ਦੀ ਵੀ ਘਾਟ ਨਹੀਂ, ਸਫਲ ਵਪਾਰੀ ਸਨ, ਪੜ੍ਹੇ ਲਿਖੇ ਸਨ, ਧਾਰਮਿਕ ਤੌਰ 'ਤੇ ਮਾਣ ਸਨਮਾਨ, ਪਰਿਵਾਰ ਵੀ ਪੂਰਾ, 2 ਧੀਆਂ 2 ਪੁੱਤਰ, ਆਗਿਆਕਾਰੀ ਪਤਨੀ, ਚੌਧਰੀ ਤਖਤਮਲ ਵਰਗਿਆਂ ਨਾਲ ਸਾਂਝ। ਕਦੇ ਪਿਛੋਕੜ ਪੜ੍ਹੀਏ ਭਾਈ ਲਹਿਣਾ ਜੀ ਦਾ? ਸ਼੍ਰੀ ਹਜ਼ੂਰ ਨੇ ਭਾਈ ਲਹਿਣੇ ਵੱਲ ਇਸ਼ਾਰਾ ਕੀਤਾ, ਭਾਈ ਜੀ ਇਹ ਲੋਟਾ ਕੱਢੋ, ਚਿੱਕੜ 'ਚ ਵੜਨਾ ਪੈਣਾ ਅਤੇ ਲੋਟਾ ਕੱਢਣਾ ਪੈਣਾ। ਇਹ ਕੰਮ ਉੱਚੀਆਂ ਜ਼ਾਤਾਂ ਦੇ ਲੋਕ ਨਹੀਂ ਸਨ ਕਰਦੇ। ਅੱਧੀ ਰਾਤ ਹੋਈ, ਕੱਚੀ ਕੰਧ ਸੀ, ਢਹਿ ਪਈ, ਮੀਂਹ ਪੈ ਰਿਹਾ, ਠੰਡ ਦਾ ਮੌਸਮ ਹੈ। ਮਹਾਰਾਜ ਨੇ ਅੱਧੀ ਰਾਤ ਵੇਲੇ ਆਵਾਜ਼ ਦਿੱਤੀ ਲਹਿਣਾ ਜੀ ਨੂੰ, ਆਖਿਆ ਹੁਕਮ। ਸਤਿਗੁਰੂ ਨੇ ਆਖਿਆ ਕੰਧ ਬਣਾਉਣੀ ਹੈ ਅਤੇ ਹੁਣੇ ਹੀ ਬਣਾਉਣੀ। ਭਾਈ ਲਹਿਣਾ ਜੀ ਨੇ ਆਪਣੇ ਕੱਪੜੇ ਟੰਗੇ ਅਤੇ ਕਿਰਤ ਵਿੱਚ ਸੇਵਾ 'ਚ ਜੁਟ ਗਏ। ਨਾ ਸਵਾਲ ਕੀਤਾ, ਨਾ ਆਰਗੂਮੈਂਟ ਕੀਤਾ, ਨਾ ਮਹਾਰਾਜ ਨੂੰ ਜਵਾਬ ਦਿੱਤਾ ਮਹਾਰਾਜ ਰਾਤ ਹੈ, ਦਿਨ ਹੋ ਜਾਏਗਾ ਤੇ ਬਣਾ ਲਵਾਂਗੇ, ਮੀਂਹ ਪੈਂਦਾ ਹੈ, ਠੰਡ ਹੈ, ਬਣ ਜਾਏਗੀ, ਬਸ ਤੁਸੀਂ ਮੇਰੇ 'ਤੇ ਛੱਡੋ। ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਜਾਣਦੇ ਸਨ ਵੀ ਕਿੱਥੋਂ ਤੱਕ ਕਿ ਮੈਨੂੰ ਸਮਝਦਾ, ਅਤੇ ਭਾਈ ਲਹਿਣਾ ਜੀ ਵੀ ਜਾਣਦੇ ਸਨ ਵੀ ਮੈਂ ਗੁਰੂ ਨਾਨਕ ਸਾਹਿਬ ਨੂੰ ਆਖਾਂ ਮਹਾਰਾਜ ਰਾਤ ਹੈ, ਮਹਾਰਾਜ ਨੂੰ ਨਹੀਂ ਪਤਾ ਵੀ ਰਾਤ ਹੈ। ਮਹਾਰਾਜ ਮੀਂਹ ਪੈਂਦਾ, ਮਹਾਰਾਜ ਨੂੰ ਨਹੀਂ ਪਤਾ। ਸਤਿਗੁਰੂ ਠੰਡ ਹੈ, ਮਹਾਰਾਜ ਨੂੰ ਨਹੀਂ ਪਤਾ ਵੀ ਠੰਡ ਹੈ। ਕੋਈ ਤੇ ਕਾਰਨ ਹੋਏਗਾ। ਹਜ਼ੂਰ ਮਹਾਰਾਜ ਮੇਰਾ ਸਿਦਕ ਪਰਖਣਾ ਚਾਹੁੰਦੇ ਨੇ। ਮੈਂ ਗੁਰੂ ਨਾਨਕ ਸਾਹਿਬ ਮਹਾਰਾਜ ਨੂੰ ਕੀ ਜਾਣਦਾ, ਇਹ ਵੇਖਣਾ ਚਾਹੁੰਦੇ ਨੇ। ਅਸੀਂ ਹੁੰਦੇ ਤੇ ਅਸੀਂ ਕਿ ਮਹਾਰਾਜ ਹਨੇਰਾ ਹੈ, ਸਵੇਰੇ ਬਣ ਜਾਏਗੀ, ਏਡੀ ਛੇਤੀ ਕੀ ਹੈ, ਬਣਾ ਮੈਂ ਦਿਆਂਗਾ, ਇਹ ਤੁਸੀਂ ਨਿਸ਼ਚਿੰਤ ਹੋ ਜਾਓ। ਅਤੇ ਸਤਿਗੁਰੂ ਸੋਚਦੇ ਵੀ ਇਸ ਬੰਦੇ ਨੂੰ ਇੰਨਾ ਨਹੀਂ ਪਤਾ ਵੀ ਹਨੇਰਾ ਹੈ, ਮੈਨੂੰ ਨਹੀਂ ਪਤਾ, ਪਤਾ ਹੈ। ਇਹ ਖੇਡ ਗੁਰੂ ਨਾਨਕ ਸਾਹਿਬ ਜਾਣਦੇ ਨੇ ਜਾਂ ਭਾਈ ਲਹਿਣਾ ਜੀ ਜਾਣਦੇ? ਉਹ ਕਾਰਜ ਨਦੀਨਾਂ ਦੀ ਪੰਡ ਉਹਨਾਂ ਦੇ ਸਿਰ 'ਤੇ ਰੱਖ ਦਿੱਤੀ। ਘਰ ਆਏ ਅਤੇ ਮਾਤਾ ਸੁਲੱਖਣੀ ਜੀ ਨੇ ਆਖਿਆ ਪਾਤਸ਼ਾਹ ਹੁਣੇ ਹੀ ਤੇ ਘਰੋਂ ਆਏ ਨੇ ਭਾਈ ਜੀ, ਅਤੇ ਇਹਨਾਂ ਦੇ ਸੋਹਣੇ ਵਸਤਰ ਨੇ, ਅਜੇ ਆ ਕੇ ਨਾ ਸਾਹ ਵੀ ਨਹੀਂ ਲਿਆ ਅਤੇ ਤੁਸੀਂ ਨਦੀਨਾਂ ਦੀ ਪੰਡ ਇਹਨਾਂ ਦੇ ਸਿਰ 'ਤੇ ਚੁਕਾਈ। ਵੇਖੋ ਇਹਨਾਂ ਦਾ ਸਾਰਾ ਜਿਸਮ ਜਿਹੜਾ ਹੈ, ਇਹਨਾਂ ਦੇ ਸੋਹਣੇ ਕੱਪੜੇ ਜਿਹੜੇ ਨੇ ਉਹ ਗਾਰੇ ਨਾਲ ਭਰ ਗਏ। ਹਜ਼ੂਰ ਮੁਸਕਰਾਏ। ਮੇਰੇ ਪਾਤਸ਼ਾਹ ਨੇ ਆਖਿਆ ਇਹ ਗਾਰਾ, ਇਹ ਚਿੱਕੜ ਨਹੀਂ, ਇਹ ਕੇਸਰ ਹੈ। ਕਿਰਤੀਆਂ ਦਾ ਕੇਸਰ ਇਹੋ ਹੀ ਹੁੰਦਾ ਹੈ, ਇਹ ਕਿਰਤੀ ਦਾ ਕੇਸਰ ਹੈ। ਭਾਈ ਲਹਿਣੇ ਅੰਦਰ ਉਸ ਦਰਦ, ਉਸ ਪੀੜ ਨੂੰ ਮਹਿਸੂਸ ਕਰਨਾ। ਜਿਹੜੇ ਲੋਕ ਖੂੰਜੇ ਲਾ ਦਿੱਤੇ ਗਏ ਸਨ ਸਮਾਜ ਵਿੱਚ, ਉਹਨਾਂ ਦੀ ਪੀੜ ਨੂੰ ਜਿਹੜਾ ਮਹਿਸੂਸ ਨਹੀਂ ਕਰੇਗਾ, ਉਹਨਾਂ ਨਾਲ ਨਿਆਂ ਨਹੀਂ ਕਰ ਸਕੇਗਾ, ਉਹਨਾਂ ਨਾਲ ਨਿਆਂ ਨਹੀਂ ਕਰ ਸਕੇਗਾ। ਸਤਿਗੁਰੂ ਨੇ ਜੇ ਬੌੜੀਆਂ ਬਣਾਈਆਂ ਤੇ ਆਖਿਆ ਇੱਕੋ ਹੀ ਬਣੇਗੀ, 2 ਨਹੀਂ ਬਣਨਗੀਆਂ, ਇੱਕ ਉੱਚਿਆਂ ਦੀ ਅਤੇ ਨੀਵਿਆਂ ਦੀ, ਇਹ ਨਹੀਂ ਹੋਏਗਾ। ਲੰਗਰ ਦੀ ਪੰਗਤ ਲਾਈ ਤੇ ਆਖਿਆ ਇੱਕੋ ਹੀ ਲੱਗੇ, 2 ਪੰਗਤਾਂ ਨਹੀਂ ਲੱਗਣਗੀਆਂ। ਸੰਗਤ ਦੇ ਵਿੱਚ ਸਤਿਗੁਰੂ ਨੇ ਉਚੇਚਾ ਹੁਕਮ ਕੀਤਾ, ਇੱਥੇ ਬਰਾਬਰ ਹੀ ਸਾਰੇ ਬੈਠਣਗੇ, ਉੱਚੇ ਨੀਵੇਂ, ਅਮੀਰ ਗਰੀਬ ਦਾ ਫਰਕ ਪਾ ਕੇ ਕੋਈ ਨਹੀਂ ਬੈਠੇਗਾ। ਜੇ ਸਤਿਗੁਰੂ ਮਹਾਰਾਜ ਨੂੰ ਕੋਈ ਜਗੀਰਾਂ ਦੇਣ ਆਇਆ, ਆਖਿਆ ਨਹੀਂ ਤੁਸੀਂ ਆਪਣੀ ਮਰਜ਼ੀ ਨਾਲ ਜਿੰਨੀ ਮਰਜ਼ੀ ਸੇਵਾ ਕਰ ਜਾਓ, ਇਹ ਸਰਬ ਸਾਂਝਾ ਲੰਗਰ ਹੀ ਰਹੇਗਾ ਅਤੇ ਸਰਬ ਸਾਂਝੀ ਸੰਗਤ ਹੀ ਰਹੇਗੀ। ਮੈਂ ਇਸ ਨੂੰ ਅਮੀਰਾਂ ਦੀ ਝੋਲੀ ਪਾ ਕੇ ਗਰੀਬਾਂ ਨੂੰ ਧੱਕਾ ਨਹੀਂ ਦੇ ਸਕਦਾ। ਇਹ ਤੇ ਕੱਖ ਤੇ ਲੱਖ ਬਰਾਬਰ ਰਹਿਣਗੇ। ਸਤਿਗੁਰੂ ਮਹਾਰਾਜ ਨੇ, ਗੁਰੂ ਕਲਗੀਧਰ ਸਾਹਿਬ ਮਹਾਰਾਜ ਨੇ ਸਭਨਾਂ ਨੂੰ ਇੱਕ ਬਾਟੇ ਵਿੱਚ ਪਾਉਲ ਦੇ ਕੇ, ਜਿਹੜੀ ਪ੍ਰੈਕਟਿਸ ਗੁਰੂ ਨਾਨਕ ਸਾਹਿਬ ਦੇ ਸਮੇਂ ਤੋਂ ਹੁੰਦੀ ਆ ਰਹੀ ਸੀ। ਹਜ਼ੂਰ ਨੇ ਮੰਨ ਲਓ ਵੀ ਬਿਲਡਿੰਗ ਆਪਾਂ ਬਣਾਉਂਦੇ ਆ ਨਾ, ਆਪਾਂ ਦਰਬਾਰ ਹਾਲ ਬਣਾਇਆ, ਲੰਗਰ ਹਾਲ ਬਣਾਇਆ, ਉੱਤੇ ਜਾ ਕੇ ਸਿਖਰ 'ਤੇ ਗੁੰਮਦ ਲਾਇਆ ਵੀ ਦੂਰੋਂ ਦਿਸ ਪਏ। ਕਲਗੀਧਰ ਸਾਹਿਬ ਮਹਾਰਾਜ ਨੇ ਉਸ ਬਿਲਡਿੰਗ 'ਤੇ ਗੁੰਮਦ ਜੜਿਆ, ਚੇਤੇ 'ਚ ਰੱਖਿਓ। ਨਿਸ਼ਾਨ ਸਾਹਿਬ ਦੇ ਸਿਖਰ 'ਤੇ ਖੰਡਾ ਹੁੰਦਾ ਹੈ ਨਾ, ਐਨ ਖੰਡਾ ਜੜ ਦਿੱਤਾ ਉਸ ਨਿਸ਼ਾਨ ਦੇ ਸਿਰ ਦੇ ਉੱਤੇ।
ਵੀ ਇਹਦੀ ਪਛਾਣ ਦਿਸ ਪਏ। ਕਲਗੀਧਰ ਮਹਾਰਾਜ ਨੇ ਉਸ ਬਣੀ ਹੋਈ ਬਿਲਡਿੰਗ ਨੂੰ ਐਨ ਉਹਦੇ ਬਨੇਰੇ ਬੰਨ੍ਹ ਕੇ ਉੱਤੇ ਗੁੰਮਦ ਜੜ ਦਿੱਤਾ। ਇਹ ਹੈ ਖਾਲਸਾ ਕੌਮ। ਸਾਨੂੰ ਕੌਮ ਹੋਣ ਦਾ ਮਾਣ ਕਲਗੀਧਰ ਸਾਹਿਬ ਮਹਾਰਾਜ ਨੇ ਬਖਸ਼ ਦਿੱਤਾ। ਪਰ ਕਮਾਲ ਦੀ ਗੱਲ ਹੈ, ਪਹਿਲੀ ਜੰਗ ਸਾਹਿਬ ਨੇ ਲੜੀ ਹੈ ਖਾਲਸੇ ਦੇ ਪ੍ਰਗਟ ਹੋਣ ਤੋਂ ਪਹਿਲਾਂ ਦੀ ਗੱਲ ਹੈ। 1688 ਵਿੱਚ ਪਾਉਂਟਾ ਸਾਹਿਬ ਦੀ ਜੰਗ, ਭੰਗਾਣੀ ਦੀ। ਸਤਿਗੁਰੂ ਉਸ ਵੇਲੇ ਪਾਉਂਟੇ ਸਨ। ਭੰਗਾਣੀ ਇੱਕ ਪਿੰਡ ਹੈ, ਉਹਦੀ ਜੂਹ ਵਿੱਚ ਜੰਗ ਹੋਈ। ਇੱਕ ਪਾਸੇ 8000 ਫੌਜ, ਇੱਕ ਪਾਸੇ 2000 ਦੀ ਫੌਜ ਕਲਗੀਧਰ ਸਾਹਿਬ ਦੀ। ਔਰ ਕਮਾਲ ਹੈ ਉਸ ਜੰਗ ਦੇ, ਤੁਸੀਂ ਹਾਲਾਤ ਪੜ੍ਹ ਕੇ ਵੇਖੋ। ਜੰਗ ਲੜਨ ਵਾਲੇ ਪਤਾ ਕੌਣ ਨੇ? ਇੱਕ ਹਲਵਾਈ ਮਹਾਰਾਜ ਦੇ ਦਰਸ਼ਨ ਕਰਨ ਆਇਆ ਸੀ ਤੇ ਹਾਲਾਤ ਵਿਗੜੇ ਤੇ ਉੱਥੇ ਹੀ ਰੁਕ ਗਿਆ। ਸੇਵਾ ਕਰਨ ਆਇਆ ਸੀ ਵੀ ਸਤਿਗੁਰੂ ਦੀ ਸੰਗਤ ਹੁੰਦੀ ਹੈ। ਤੇ ਇਸ ਵਾਸਤੇ ਮਹਾਰਾਜ ਧੰਨ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦੀ ਸੇਵਾ 'ਚ ਇੱਕ ਮਾਹੀ, ਉਹਦਾ ਨਾਮ ਵੀ ਲਾਲ ਚੰਦ ਮਾਹੀ ਕਹਿੰਦੇ ਨੇ, ਪਿੰਡ ਦੇ ਡੰਗਰ ਮੱਝਾਂ ਇਕੱਠੀਆਂ ਕਰਕੇ ਉਹਨਾਂ ਨੂੰ ਚਾਰਨ ਕਰਨ। ਇੱਕ ਮਹੰਤ ਆਇਆ ਡੇਰੇ ਦਾ ਕਿਰਪਾਲ ਦਾਸ। ਹਾਲਾਤ ਵਿਗੜੇ ਤੇ ਸਾਰੇ ਹੀ ਉੱਥੇ ਰੁਕ ਗਏ ਤੇ ਸਾਰੇ ਹੀ ਲੜੇ। 2000 ਬੰਦਾ 8000 ਨਾਲ ਖਹਿ ਗਿਆ। ਜੰਗ ਜਿੱਤੀ ਗਈ ਤੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਨੇ, ਧੰਨ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੇ ਜੰਗ ਜਿੱਤਣ ਤੋਂ ਬਾਅਦ ਸ਼ਹੀਦਾਂ ਦੇ ਸੰਸਕਾਰ ਕੀਤੇ, ਕੀਮਤ ਬੜੀ ਵੱਡੀ ਅਦਾ ਕੀਤੀ। ਤੇ ਸਧਾਰਨ ਪੇਂਡੂ ਲੋਕ, ਕੋਈ ਪੈਰਾਂ ਭਾਰ ਬੈਠਾ ਹੈ, ਕੋਈ ਜ਼ਮੀਨ 'ਤੇ ਬੈਠਾ ਹੈ ਚੌਂਕੜਾ ਮਾਰ ਕੇ, ਜਿਵੇਂ ਜਿਵੇਂ ਆਪਾਂ ਵੇਖਦੇ ਹਾਂ ਜਿਸ ਤਰ੍ਹਾਂ ਆਮ ਹਾਲਾਤ ਹੁੰਦੇ ਨੇ। ਤੇ ਗੁਰੂ ਕਲਗੀਧਰ ਸਾਹਿਬ ਮਹਾਰਾਜ ਉਹਨਾਂ ਦੇ ਨਾਲ, ਉਹਨਾਂ ਦਾ ਹੌਸਲਾ ਵਧਾਰ, ਸ਼ਾਬਾਸ਼ ਦੇ ਰਿਹਾ। ਤੇ ਸਧਾਰਨ ਜਿਹੇ ਸਿੱਖ ਨੇ ਉੱਠ ਕੇ ਨਾ, ਪੈਰਾਂ ਭਾਰ ਬੈਠਾ ਸੀ, ਉੱਠ ਕੇ ਕਹਿਣ ਲੱਗਿਆ, ਮਹਾਰਾਜ ਇਸੇ ਨੂੰ ਜੰਗ ਆਉਂਦੇ ਨੇ। ਮਹਾਰਾਜ ਮੁਸਕਰਾਇਆ, ਆਖਿਆ ਲੜਨ ਵਾਲਾ ਵੀ ਪੁੱਛਦਾ ਵੀ ਜੰਗ ਕਿਹਨੂੰ ਕਹਿੰਦੇ ਨੇ। ਆਖਿਆ ਮਹਾਰਾਜ ਜੇ ਜੰਗ ਇੰਨੀ ਕੀ ਹੁੰਦੀ ਹੈ ਤੇ ਨਿੱਕਿਆਂ ਮੋਟਿਆਂ ਨਾਲ ਲੜਨ ਦੀ ਬਜਾਏ ਆਪਾਂ ਵੱਡੀ ਸ਼ਾਹੀ ਨਾਲ ਹੀ ਇੱਕ ਵਾਰ ਟੱਕਰ ਲੈ ਕੇ ਵੇਖ ਲਈਏ, ਇਹ ਤਾਂ ਕੋਈ ਵੱਡੀ ਗੱਲ ਨਹੀਂ। ਕਮਾਲ ਹੈ, ਵੱਡੇ ਫੱਟੇ ਹੋਏ ਅਜੇ ਜੰਗ ਤੋਂ ਵਿਹਲੇ ਹੋਏ ਨੇ, ਅਜੇ ਚਿਤਾਵਾਂ ਬਲ ਰਹੀਆਂ ਨੇ। ਤੁਸੀਂ ਅੰਦਰ ਦੀ ਉਸ ਹੁੱਬ ਨੂੰ ਵੇਖੋ। ਜਿਹੜਾ ਗਰੀਬ ਬੰਦਾ ਕਿਸੇ ਦੀ ਬਰੂਹਾਂ 'ਤੇ ਨਹੀਂ ਚੜ੍ਹ ਸਕਦਾ, ਉਹ ਸ਼ਾਹੀ ਦੀ ਅੱਖ ਵਿੱਚ ਅੱਖ ਪਾਉਣ ਨੂੰ ਤਿਆਰ ਹੈ। ਇਹ ਹਜ਼ਾਰਾਂ ਕਰਾਮਾਤ ਹੈ ਜਿਹੜਾ ਕਲਗੀਧਰ ਸਾਹਿਬ ਮਹਾਰਾਜ ਨੇ ਧਰਤੀ 'ਤੇ ਕੀਤੀ। ਉਹਨਾਂ ਜਾਤਾਂ ਪਾਤਾਂ ਦੇ ਭੇਦ ਮਿਟਾ ਕੇ ਇੱਕ ਬਾਟੇ ਵਿੱਚ ਪੌਲ ਦਿੱਤੀ। ਉਹਨਾਂ ਸੰਗਤ ਤੇ ਪੰਗਤ ਦੇ ਵਿਧਾਨ ਨੂੰ ਪੁਖਤਾ ਕਰਕੇ ਸਾਨੂੰ ਇੱਕ ਨਾਂ ਦੇ ਸੂਤਰ ਵਿੱਚ ਪਰੋਇਆ। ਕੌਰ ਤੇ ਸਿੰਘ ਨਾਮ ਬਖਸ਼ਿਸ਼ ਕੀਤੇ ਤੇ ਸਾਨੂੰ 3 ਅਸੂਲ ਦ੍ਰਿੜ ਕਰਾਏ। ਪੂਜਾ ਅਕਾਲ ਕੀ, ਪਰਚਾ ਸ਼ਬਦ ਕਾ, ਦੀਦਾਰ ਖਾਲਸੇ ਕਾ। ਤੇ ਇਹੀ ਖਾਲਸਾ ਸੀ ਜਿਸ ਨੇ 18ਵੀਂ ਸਦੀ ਵਿੱਚ ਇਤਿਹਾਸ ਦੇ ਅੰਦਰ ਉਹ ਜਲਵਾ ਵਿਖਾਇਆ, ਕੋਈ ਵੀ ਪੜ੍ਹਨ ਵਾਲਾ ਬੰਦਾ ਆਸ਼ਾ ਸ਼ਿਕਾਰ ਉੱਠਦਾ ਹੈ। ਕਿਰਦਾਰ ਪੱਖੋਂ ਵੀ, ਵਿਹਾਰ ਪੱਖੋਂ ਵੀ, ਸਮੇਂ ਦੀ ਸ਼ਾਹੀ ਨੂੰ ਉਲਟਾ ਕੇ ਜ਼ਮੀਨ 'ਤੇ ਸੁੱਟ ਦੇਣਾ, ਇਹ ਖਾਲਸੇ ਦਾ ਕਰਤੱਵ ਸੀ। ਔਰ ਖਾਲਸਾ ਤਦ ਤੋਂ ਲੈ ਕੇ ਅੱਜ ਤੱਕ ਜੂਝਦਾ ਤੇ ਲੜਦਾ ਆ ਰਿਹਾ। ਕੋਈ ਵੀ ਮੁਹਾਜ ਹੋਵੇ ਨਾ, ਮੈਂ ਕਈ ਵਾਰ ਸੋਚਦਾ, ਠੀਕ ਹੈ ਵਿਚਾਰਧਾਰਾਵਾਂ ਦੇ ਮਿਲਗੋਭੇ ਹੁੰਦੇ ਨੇ। ਤੁਸੀਂ ਮੌਜੂਦਾ ਦੌਰ ਵਿੱਚ ਵੀ ਵੇਖੋ, ਕਿਤੇ ਵੀ ਸਰਕਾਰ ਦੇ ਖਿਲਾਫ ਐਜੀਟੇਸ਼ਨ ਹੋਏ, ਕਿਸੇ ਮਾੜੇ ਕਾਨੂੰਨ, ਜਿਵੇਂ ਕਿਸਾਨੀ ਸੰਘਰਸ਼ ਹੈ, ਤੁਸੀਂ ਸੇਵਾ ਵੇਖੋ, ਧਰਨੇ ਮੁਜ਼ਾਹਰੇ ਤੇ ਸਾਰੇ ਮੁਲਕ ਵਿੱਚ ਹੀ ਰੋਜ਼ ਲੱਗਦੇ ਨੇ, ਕੋਈ ਕਿਸੇ ਨੂੰ ਪਾਣੀ ਨਹੀਂ ਪੁੱਛਦਾ। ਪਰ ਸਿੱਖ ਆਪਣਾ ਆਪ ਝੋਂਕ ਦਿੰਦੇ ਨੇ। ਜਦੋਂ ਕੋਈ ਸਧਾਰਨ ਬੰਦਾ ਘਰੋਂ ਕਹਿ ਕੇ ਜਾਂਦਾ ਹੈ ਨਾ ਵੀ ਜੇ ਮੈਂ ਆ ਗਿਆ ਤਾਂ ਠੀਕ ਹੈ, ਨਾ ਆ ਗਿਆ ਤਾਂ ਬਹੁਤੀ ਉਮੀਦ ਨਾ ਰੱਖਿਓ, ਕੌਣ ਬੋਲਦਾ ਉਹਦੇ 'ਚ? ਉਹਦੇ ਅੰਦਰੋਂ ਇਹ ਗੱਲ ਕਢਾਉਂਦਾ ਕੌਣ ਹੈ? ਇਹਨਾਂ ਜਜ਼ਬਾ ਉਹਦੇ ਅੰਦਰ ਕੌਣ ਭਰ ਦਿੰਦਾ ਹੈ? ਗੁਰੂ ਨਾਨਕ ਦੀ ਸਿੱਖੀ, ਕਲਗੀਧਰ ਸਾਹਿਬ ਨੇ ਜਿਹੜੀ ਪਾਣ ਚਾੜ ਦਿੱਤੀ ਹੈ ਨਾ, ਉਹ ਬੋਲਦੀ ਹੈ ਉਹਦੇ ਅੰਦਰ। ਕੋਈ ਸ਼ੇਰ ਫਾਂਸੀ ਦੇ ਰੱਸੇ 'ਤੇ ਲਟਕਣ ਵਾਸਤੇ ਉਹਨੂੰ ਸਜ਼ਾ ਹੋਈ ਹੋਵੇ ਤੇ ਉਹ ਲੱਡੂ ਵੰਡਦਾ ਫਿਰੇ ਜੇਲ੍ਹ ਦੇ ਵਿੱਚ। ਇਹ ਜਜ਼ਬੇ ਕਮਾਏ ਜਾਂਦੇ ਨੇ ਔਰ ਵਿਰਾਸਤ 'ਚੋਂ ਲੱਭਦੇ ਨੇ। ਇਹ ਆਪਣੇ ਆਪ ਨਹੀਂ ਕੋਈ ਪੈਦਾ ਕਰਦਾ। ਕੋਈ ਆਖਰੀ ਮੁਲਾਕਾਤ 'ਤੇ ਆਪਣੇ ਬਾਪ ਨੂੰ ਆਖੇ ਤੂੰ ਬਾਹਰ ਜਾਣਾ, ਤੇਰੀ ਅੱਖ ਨਮ ਨਹੀਂ ਚਾਹੀਦੀ, ਤੂੰ ਇੱਕ ਸ਼ਹੀਦ ਦਾ ਬਾਪ ਬਣਨ ਵਾਲਾ। ਇਹ ਜਜ਼ਬੇ ਕੋਈ ਉਧਾਰੇ ਪੁਸਤਕਾਂ 'ਚੋਂ ਨਹੀਂ ਮਿਲਦੇ। ਇਹਨਾਂ ਨੂੰ ਸਾਹਿਬ ਨੇ ਤਤੀ ਤਵੀ 'ਤੇ ਬਹਿ ਕੇ ਆਪਣਾ ਸੀਸ ਲੁਹਾ ਕੇ ਚਾਂਦਨੀ ਚੌਂਕ ਵਿੱਚ ਆਪਣੇ ਪੁੱਤਰ ਕੁਰਬਾਨ ਕਰਕੇ, ਖੰਜਰ ਖਾ ਕੇ, ਕਿਸੇ ਨੇ ਬੰਦ ਕਟਵਾ ਕੇ ਇਸ ਜਜ਼ਬੇ ਨੂੰ ਸਥਾਪਿਤ ਕੀਤਾ ਇਸ ਧਰਤੀ ਦੇ ਉੱਤੇ। ਵਿਰਾਸਤ ਕਿੱਡੀ ਵੱਡੀ ਚੀਜ਼ ਹੁੰਦੀ ਹੈ,
ਸਾਨੂੰ ਤਦ ਪਤਾ ਲੱਗਦਾ ਜਦੋਂ ਅਸੀਂ ਵਿਰਾਸਤ ਵੱਲ ਆਪਣਾ ਰੁਖ ਤੇ ਮੂੰਹ ਕਰਦੇ ਹਾਂ। ਤੋ ਸਤਿਗੁਰੂ ਸੱਚੇ ਪਾਤਸ਼ਾਹ ਬਖਸ਼ਿਸ਼ ਕਰਨ, ਆਉਣ ਵਾਲੇ ਦੀਵਾਨਾਂ ਵਿੱਚ ਆਪਾਂ ਹੋਰ ਵਿਚਾਰਾਂ ਸਾਂਝੀਆਂ ਕਰਨ ਦਾ ਯਤਨ ਕਰਦੇ ਰਵਾਂਗੇ। ਆਪ ਸਾਰੀ ਸੰਗਤ ਨੂੰ ਖਾਲਸਾ ਜੀ ਦੇ ਪ੍ਰਗਟ ਦਿਹਾੜੇ ਦੀ ਵੀ ਲੱਖ ਲੱਖ ਵਧਾਈ ਹੋਵੇ। ਮੂਲ ਨਾਨਕਸ਼ਾਹੀ ਕੈਲੰਡਰ ਮੁਤਾਬਕ ਅੱਜ ਦਾ ਦਿਨ ਧੰਨ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ, ਧੰਨ ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਦਾ ਦਿਹਾੜਾ ਹੈ। ਮੈਂ ਪਹਿਲਾਂ ਬਿਨੇ ਕੀਤੀ ਹੈ, ਅਗਲੇ ਹਫਤੇ ਇਸ ਸੰਬੰਧ ਵਿੱਚ ਵਿਸ਼ੇਸ਼ ਦੀਵਾਨ ਹੋਣਗੇ, ਕਿਉਂਕਿ ਅਸੀਂ ਇਸ ਸਾਲ ਵਿੱਚ ਮਹਾਰਾਜ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ 400 ਸਾਲਾ ਪ੍ਰਕਾਸ਼ ਪੁਰਬ ਮਨਾ ਰਹੇ ਹਾਂ। ਪਿਛਲੇ ਦੀਵਾਨਾਂ ਵਿੱਚ ਆਪਾਂ ਯਤਨ ਕੀਤਾ ਹੈ ਲੜੀਵਾਰ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸਮੁੱਚੀ ਬਾਣੀ ਦੀ ਕਥਾ ਵਿਚਾਰ ਰੋਜ਼ ਦੇ ਦੀਵਾਨਾਂ ਵਿੱਚ ਕਰਨ ਦਾ ਸਤਿਗੁਰੂ ਮਹਾਰਾਜ ਨੇ ਸੇਵਾ ਲਈ ਹੈ, ਅਤੇ ਆਉਣ ਵਾਲੇ ਦੀਵਾਨਾਂ ਵਿੱਚ ਵੀ ਸਤਿਗੁਰਾਂ ਦੇ ਪਰਉਪਕਾਰ ਆਪਾਂ ਚੇਤੇ ਕਰਦੇ ਰਹਾਂਗੇ। ਵੱਧ ਚੜ੍ਹ ਕੇ ਇਹਨਾਂ ਵਿਸ਼ੇਸ਼ ਦੀਵਾਨਾਂ ਵਿੱਚ ਜ਼ਰੂਰ ਹਾਜ਼ਰੀਆਂ ਭਰਿਆ ਕਰੋ, ਤਾਂ ਕਿ ਆਪਾਂ ਰਲ ਮਿਲ